ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਇੱਕ ਮਨ ਪੁਰਖ ਧਿਆਈ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵਹੁ, ਤਉ ਪਰਮ ਗੁਰੂ ਨਾਨਕ ਗੁਣ ਗਾਵਹੁ। ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਈਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ। ਹੱਕ ਹੱਕ ਆਗਾ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਾਹਿਨਸ਼ਾਹ ਗੁਰੂ ਗੋਬਿੰਦ ਸਿੰਘ। ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ, ਬੇਕਸਾਰ ਯਾਰ ਗੁਰੂ ਗੋਬਿੰਦ ਸਿੰਘ। ਜੋ ਤੋ ਪ੍ਰੇਮ ਖੇਲਣ ਕਾ ਜਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨ ਕੀਜੈ। ਸੂਰਾ ਸੋ ਪਹਿਚਾਨਿਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੁ ਨ ਛਾਡੈ ਖੇਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਦੀ ਪਾਵਨ ਹਜ਼ੂਰੀ ਵਿੱਚ ਸਜ ਬੈਠੇ ਸਰਹੰਦ ਦੀਆਂ ਦੀਵਾਰਾਂ ਤੇ ਚਮਕੌਰ ਸਾਹਿਬ ਜੀ ਦੀ ਗੜੀ ਦੇ ਵਾਰਸ਼ੋ। ਫਤਿਹ ਦੀ ਸਾਂਝ ਬਖਸ਼ਿਸ਼ ਕਰੋ ਸਾਰੇ ਆਖੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਜਗਜੀਤ ਸਿੰਘ ਜੀ ਹੋਰਾਂ ਨੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਾ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਪਾਵਨ ਸ਼ਬਦ ਦੇ ਰਾਹੀਂ ਖਾਲਸੇ ਦਾ ਗੌਰਵਮਈ ਜੀਵਨ ਆਪ ਜੀ ਨੂੰ ਸਰਵਣ ਕਰਵਾਇਆ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਮਾਂ ਗੁਜਰੀ ਜੀ ਤੇ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਅੱਜ ਸ਼ਹਾਦਤ ਦਿਹਾੜਾ ਹੈ। ਗੁਰੂ ਜੀ ਦੇ ਛੋਟੇ ਲਾਲਾਂ ਦਾ ਮਾਂ ਜੀ ਦਾ ਪਿਆਰ ਪ੍ਰਾਪਤ ਕਰਨ ਲਈ ਸਾਰੇ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ।
ਯੁਗ ਪੁਰਸ਼ ਇੱਕ ਪੁਸਤਕ ਹੈ। ਯੁਗ ਪੁਰਸ਼ ਦੇ ਕਰਤਾ ਜੀ ਕਹਿੰਦੇ ਨੇ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੋਵੇਂ ਛੋਟੇ ਲਾਲ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਮਾਂ ਗੁਜ਼ਰੀ ਉਹਨਾਂ ਨੂੰ ਇੰਨਾ ਪਿਆਰ ਕਰਦੇ ਸੀ। ਪਿਆਰ ਕਰਨ ਕਰਕੇ ਹੀ ਦੋਵੇਂ ਛੋਟੇ ਲਾਲ ਆਪਣੀ ਦਾਦੀ ਅੰਮਾ ਨੂੰ ਲਾਡ ਕਰਨ ਕਰਕੇ ਮਾਂ ਲਾਡੋ ਕਹਿੰਦੇ ਸਨ। ਯੁਗ ਪੁਰਸ਼ ਦੇ ਕਰਤਾ ਜੀ ਬੜੇ ਪਿਆਰ ਨਾਲ ਲਿਖਦੇ ਨੇ ਵੀ ਮਾਂ ਲਾਡੋ ਦੋਵੇਂ ਸਾਹਿਬਜ਼ਾਦਿਆਂ ਨੂੰ, ਇੱਕ ਨੂੰ ਸੱਜੇ ਪਾਸੇ ਦੂਜੇ ਨੂੰ ਖੱਬੇ ਪਾਸੇ ਬਿਠਾ ਕੇ ਕਈ ਘੰਟੇ ਬਾਣੀ ਪੜ੍ਹਦੀ ਰਹਿੰਦੀ ਮਾਂ ਗੁਜ਼ਰੀ। ਜੇ ਕਿਤੇ ਮਾਂ ਗੁਜ਼ਰੀ ਜੀ ਥੋੜਾ ਜਿਹਾ ਵੀ ਆਸੇ ਪਾਸੇ ਹੋ ਜਾਂਦੇ ਤੇ ਦੋਵੇਂ ਸਾਹਿਬਜ਼ਾਦੇ ਬੇਚੈਨ ਹੋ ਜਾਂਦੇ, ਪਰੇਸ਼ਾਨ ਹੋ ਜਾਂਦੇ। ਜਿਹੜਾ ਭਾਈ ਮਾਨ ਸਿੰਘ ਚਮਕੌਰ ਸਾਹਿਬ ਜੀ ਦੀ ਗੜੀ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਗਿਆ ਸੀ, ਭਾਈ ਮਾਨ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਖਿਡਾਵਾ ਸੀ। ਭਾਈ ਮਾਨ ਸਿੰਘ ਘੋੜਾ ਬਣ ਜਾਂਦਾ, ਦੋ ਲਾਲਾਂ ਨੂੰ ਸੱਜੇ ਖੱਬੇ ਮੋਢੇ ਤੇ ਚੁੱਕ ਕੇ ਆਨੰਦਪੁਰ ਵਿੱਚ ਖੜਾਉਂਦਾ ਰਹਿੰਦਾ। ਯੁਗ ਪੁਰਸ਼ ਦੇ ਕਰਤਾ ਜੀ ਕਹਿੰਦੇ ਨੇ ਇਸ ਤਰ੍ਹਾਂ ਖੇਡਦਿਆਂ ਖਿਡਾਉਂਦਿਆਂ ਹੱਸਦਿਆਂ ਹਸਾਉਂਦਿਆਂ ਸ਼੍ਰੀ ਆਨੰਦਪੁਰ ਸਾਹਿਬ ਛੱਡਣਾ ਪੈ ਗਿਆ। ਆਨੰਦਪੁਰ ਸਾਹਿਬ ਦੇ ਕਿਲੇ ਚੋਂ ਨਿਕਲਣ ਵੇਲੇ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਦੋਵੇਂ ਲਾਲਾਂ ਨੂੰ ਮਾਤਾ ਜੀ ਦੇ ਸਪੁਰਦ ਕਰ ਦਿੱਤਾ। ਵੱਡੇ ਤੁਮੇ ਸਾਹਿਬਜ਼ਾਦੇ ਮਹਾਰਾਜ ਨੇ ਆਪਣੇ ਸੱਜੇ ਖੱਬੇ ਲਾ ਲਏ। ਕੱਲ੍ਹ ਆਪ ਜੀ ਨੇ ਇੱਥੋਂ ਤੱਕ ਪ੍ਰਸੰਗ ਸਰਵਣ ਕੀਤਾ ਸੀ ਕਿ ਸਰਸਾ ਨਦੀ ਤੇ ਕਮਸਾਨ ਦਾ ਜੰਗ ਹੋਇਆ। ਸਰਸਾ ਨਦੀ ਵਿੱਚ ਠਿੱਲਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਘੋੜਾ ਵਜਾ ਕੇ ਮਾਂ ਗੁਜ਼ਰੀ ਦੇ ਕੋਲ ਗਏ। ਅੱਤ ਬਿਪਤਾ ਭਰੇ ਸਮੇਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਮਾਂ ਜੀ ਦਰਿਆ ਤੋਂ ਪਾਰ ਜਾ ਕੇ ਦੋ ਰਸਤੇ ਆਉਣਗੇ, ਇੱਕ ਖੱਬੇ ਹੱਥ ਨੂੰ ਜਾਏਗਾ, ਇੱਕ ਸੱਜੇ ਹੱਥ ਨੂੰ ਜਾਏਗਾ। ਮਾਂ ਜੀ ਜਿਹੜਾ ਰਸਤਾ ਖੱਬੇ ਹੱਥ ਨੂੰ ਜਾਏਗਾ ਉਸ ਰਸਤੇ ਤੇ ਨਾ ਪਿਓ, ਜਿਹੜਾ ਰਸਤਾ ਸੱਜੇ ਹੱਥ ਨੂੰ ਜਾਂਦਾ ਹੈ ਉਸ ਰਸਤੇ ਤੇ ਪੈ ਜਾਇਓ, ਸਾਡਾ ਮਿਲਾਪ ਹੋਏਗਾ। ਪਰ ਯੁਗ ਪੁਰਸ਼ ਦੇ ਬਚਨ ਨੇ ਪਈ ਮੀਂਹ ਇੰਨਾ ਸੀ, ਹਵਾ ਇੰਨੀ ਠੰਡੀ ਸੀ, ਠੰਡ ਇੰਨੀ ਸੀ। ਮਾਂ ਗੁਜ਼ਰੀ ਦੇ ਬੁੱਢੇ ਹੱਡ ਸਨ, ਪਤਾ ਨਾ ਲੱਗਾ ਮਾਂ ਗੁਜ਼ਰੀ ਨੇ ਜਾਣਾ ਸੀ ਸੱਜੇ ਹੱਥ ਨੂੰ, ਮਾਂ ਜੀ ਪੈ ਗਏ ਖੱਬੇ ਹੱਥ ਨੂੰ। जोरावर और फतेह जो दादी के साथ थे, दाएं की जगह चल दिए वो बाएं हाथ थे। बस इत्थों ही सरहंद दा दर्दमई साका आरंभ हो गया। जदों दिन चढ़िया, मां गुजरी जी गुरु गोबिंद सिंह महाराज जी दे माता जी, जिन्हों ने सारी जिंदगी दुखों विच बतीत की, मां गुजरी ने समय दे नजाकत नूं पछाणदियां होइयां घोड़े की लगाम घोड़े दे धौन ते सुट दित्ती, पाप के घोड़े नूं छड़ दिता। मां गुजरी जी दोवें लालां नूं नाल लैके पैदल चल पए।
ਮਾਂ ਗੁਜਰੀ ਜੀ ਸੋਚਦੇ ਸਨ, ਪਤਾ ਨਹੀਂ ਆਪਣੇ ਲਾਲ ਦੇ ਲਾਲਾਂ ਨੂੰ ਲੈ ਕੇ ਕਿਸੇ ਝਾੜੀ ਵਿੱਚ ਬਹਿਣਾ ਪੈਣਾ ਹੈ, ਕਿੱਥੇ ਛੁਪਣਾ ਪੈਣਾ ਹੈ। ਘੋੜੇ ਦੇ ਸਮੇਤ ਸੁਪਨਾ ਔਖਾ ਹੈ। ਮਾਂ ਗੁਜਰੀ ਜੀ ਨੇ ਸਮੇਂ ਦੇ ਨਿਜਾਗਤ ਨੂੰ ਪਛਾਣਦਿਆਂ ਹੋਇਆਂ ਘੋੜੇ ਨੂੰ ਛੱਡ ਦਿੱਤਾ ਤੇ ਪੈਦਲ ਹੋ ਤੁਰੇ। ਯੁੱਗ ਪੁਰਸ਼ ਦੇ ਕਰਤਾ ਜੀ ਕਹਿੰਦੇ ਨੇ ਵੀ ਦੋਵੇਂ ਲਾਲ ਏਡੇ ਬਹਾਦਰ ਸਨ। ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਲੈ ਕੇ ਗੰਗੂ ਦੇ ਘਰ ਤੱਕ ਜਾਂਦਿਆਂ ਮੀਂਹ ਵਰਦਾ ਗਿਆ ਤੇ ਸਾਹਿਬਜ਼ਾਦੇ ਭਿੱਜਦੇ ਗਏ। ਔਰ ਇੱਕ ਵਾਰੀ ਵੀ ਸਾਹਿਬਜ਼ਾਦਿਆਂ ਨੇ ਨਹੀਂ ਆਖਿਆ ਵੀ ਮਾਂ ਜੀ ਅਸੀਂ ਥੱਕ ਗਏ ਹਾਂ, ਸਾਨੂੰ 2 ਘੜੀਆਂ ਆਰਾਮ ਕਰ ਲੈਣ ਦਿਓ। ਯੁੱਗ ਪੁਰਸ਼ ਦੇ ਕਰਤਾ ਜੀ ਕਹਿੰਦੇ ਨੇ ਰਣਬੀਰ ਜੀ, ਉਹ ਕਹਿੰਦੇ ਨੇ ਐਡੇ ਬਹਾਦਰ ਸਨ ਮਹਾਰਾਜ ਦੇ ਛੋਟੇ ਲਾਲ। ਗੰਗੂ ਦੇ ਘਰ ਤੱਕ ਜਾਂਦਿਆਂ ਇੱਕ ਵਾਰੀ ਨਹੀਂ ਕਿਹਾ ਮਾਂ ਜੀ ਸਾਨੂੰ ਪਿਆਸ ਲੱਗੀ ਹੈ 2 ਘੁੱਟ ਪਾਣੀ ਦਿਓ, ਮਾਂ ਜੀ ਸਾਨੂੰ ਭੁੱਖ ਲੱਗੀ ਹੈ ਕੁਛ ਖਾਣ ਵਾਸਤੇ ਦਿਓ। ਦੋਵੇਂ ਲਾਲ ਸੱਜੇ ਖੱਬੇ ਹੱਥ ਦੀ ਉਂਗਲ ਫੜ ਕੇ ਤੁਰੀ ਗਏ ਤੇ ਭਿੱਜਦੇ ਗਏ। ਜਦੋਂ ਲੌਡਾ ਵੇਲਾ ਹੋਇਆ ਤੇ ਅੱਲਾ ਜ਼ਾਰ ਖਾਂ ਜ਼ੋਗੀ ਜੀ ਕਹਿੰਦੇ ਨੇ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ। ਮਾਂ ਗੁਜਰੀ ਦਾ ਕੱਦ ਬੜਾ ਲੰਬਾ ਸੀ। ਸਾਹਿਬਜ਼ਾਦਾ ਅਜੀਤ ਸਿੰਘ ਆਪਣੀ ਦਾਦੀ ਅੰਮਾ ਤੇ ਗਏ ਸਨ। ਮਾਂ ਗੁਜਰੀ ਜੀ ਦਾ ਕੱਦ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲੋਂ ਲੰਬਾ ਸੀ। ਮਹਾਰਾਜਾ ਗੁਰੂ ਗੋਬਿੰਦ ਸਿੰਘ ਨਾਲੋਂ ਅਜੀਤ ਸਿੰਘ ਦਾ ਇੰਨਾ ਕੱਦ ਲੰਬਾ ਸੀ ਵੀ ਚਮਕੌਰ ਸਾਹਿਬ ਦੀ ਗੜੀ ਚੋਂ ਬਾਹਰ ਭੇਜਣ ਲੱਗਿਆਂ ਸ਼ਾਬਾਸ਼ੇ ਦੇਣ ਵਾਸਤੇ ਜਦੋਂ ਅਜੀਤ ਸਿੰਘ ਕਹਿੰਦਾ ਬਾਪੂ ਮੈਂ ਤੇਰੇ ਨਾਲ ਵਾਅਦਾ ਕਰਕੇ ਜਾਨਾ ਵੀ ਜਿਉਂਦਾ ਚ ਤੇਰੇ ਕੋਲ ਮੂੰਹ ਲੈ ਕੇ ਵਾਪਸ ਨਹੀਂ ਆਵਾਂਗਾ ਉਹਨਾਂ ਕੋਲੋਂ ਹਾਰ ਕੇ, ਗੁਰੂ ਗੋਬਿੰਦ ਸਿੰਘ ਮਹਾਰਾਜ ਏਡੇ ਪ੍ਰਸੰਨ ਹੋਏ, ਆਖਣ ਲੱਗੇ ਸ਼ਾਬਾਸ਼ ਪੁੱਤਰ ਆਪਣਾ ਮਸਤਕ ਨੀਵਾਂ ਕਰ। ਔਰ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਆਪਣਾ ਸਿਰ ਨੀਵਾਂ ਮਸਤਕ ਨੀਵਾਂ ਕਰਨਾ ਪਿਆ ਤੇ ਗੁਰੂ ਗੋਬਿੰਦ ਸਿੰਘ ਨੇ ਉਹਦਾ ਮੱਥਾ ਚੁੰਮਿਆ। ਅੱਲਾ ਜ਼ਾਰ ਖਾਂ ਜ਼ੋਗੀ ਜੀ ਕਹਿੰਦੇ ਨੇ ਮਾਂ ਗੁਜਰੀ ਜੀ ਦਾ ਕੱਦ ਬੜਾ ਲੰਬਾ ਸੀ। ਦੋਵੇਂ ਲਾਲ ਅਜੇ ਬੜੇ ਛੋਟੇ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੋਵੇਂ ਲਾਲ ਕਹਿੰਦੇ ਨੇ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ। ਦਾਦੀ ਅੰਮਾ ਨੂੰ ਆਖਣ ਲੱਗੇ ਮਾਂ ਜੀ ਸਾਡੇ ਸਿਪਾਹੀ ਕਿੱਧਰ ਚਲੇ ਗਏ ਨੇ, ਸਾਡੀ ਫੌਜ ਕਿੱਧਰ ਚਲੀ ਗਈ ਹੈ। ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ, ਦਰਿਆ पे हमको छोड़ के राही किधर गए। ਸਾਨੂੰ ਦਰਿਆ ਤੇ ਛੱਡ ਕੇ ਕਿੱਧਰ ਚਲੇ ਗਏ ਨੇ ਸਾਡੇ। ਇੱਕ ਸੱਜੇ ਖੱਬੇ ਪਾਸੇ ਹੈ, ਇੱਕ ਖੱਬੇ ਪਾਸੇ ਹੈ। ਤੜਫਾ ਕੇ हमको सूरत ਤੇ ਮਾਹੀ ਕਿੱਧਰ ਗਏ। ਸਾਧ ਸੰਤ ਪਤਾ ਨਹੀਂ ਕਿੰਨਾ ਕੁ ਚੀਕ ਚਿਹਾੜਾ ਮੱਚਿਆ ਸੀ, ਕਿੰਨਾ ਕੁ ਭਿਆਨਕ ਯੁੱਧ ਸੀ, ਕਿੰਨੀ ਕੁ ਹਾਹਾਕਾਰ ਮੱਚੀ ਸੀ। ਦੋਵੇਂ ਲਾਲ ਕਹਿੰਦੇ ਨੇ ਮਾਂ ਜੀ ਸਾਨੂੰ ਮੱਛੀ ਵਾਂਗ ਤੜਪਦਿਆਂ ਹੋਇਆਂ ਛੱਡ ਕੇ ਕਿੱਧਰ ਚਲੇ ਗਏ ਨੇ ਸਾਡੇ ਸੋਹਣੇ ਪਿਤਾ ਜੀ। ਸਾਧ ਸੰਗਤ ਹੁਣ ਗੁਰੂ ਹੀ ਜਾਣਦੇ ਨੇ, ਪਰਮੇਸ਼ਰ ਹੀ ਜਾਣਦੇ ਨੇ ਜਾਂ ਉਸ ਵੇਲੇ ਦੇ ਸਿੱਖ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੱਡੇ ਕੁ ਸੋਹਣੇ ਸਨ। ਦੋਵੇਂ ਲਾਲ ਕਹਿੰਦੇ ਨੇ ਤੜਫਾ ਕੇ हमको सूरत ਤੇ ਮਾਹੀ ਕਿੱਧਰ ਗਏ। ਮਾਂ ਜੀ ਸਾਡੇ ਸੋਹਣੇ ਪਿਤਾ ਜੀ ਕਿੱਧਰ ਚਲੇ ਗਏ ਨੇ ਸਾਨੂੰ ਛੱਡ ਕੇ। भाई भी हमको भूल के शौके जंग में, ਭਰਾਵਾਂ ਨੇ ਵੀ ਸਾਡਾ ਖਿਆਲ ਨਹੀਂ ਕੀਤਾ ਜੰਗ ਵਿੱਚ। ਜ਼ਰਾ ਖਿਆਲ ਤੱਕ ਨਹੀਂ ਜਾਉ ਕੇ ਤੁਫੰਗ ਮੇ, ਸਾਡਾ ਨਾ ਪਿਤਾ ਨੇ ਖਿਆਲ ਕੀਤਾ ਨਾ ਸਾਡੇ ਭਰਾ ਅਜੀਤ ਸਿੰਘ ਨੇ ਨਾ ਜੁਝਾਰ ਸਿੰਘ ਨੇ ਖਿਆਲ ਕੀਤਾ। ਮਾਂ ਜੀ ਕਹਿੰਦੇ ਨੇ ਮੇਰੇ ਲਾਲ ਤੁਹਾਡੇ ਭਰਾ ਤੇ ਤੁਹਾਡੇ ਪਿਤਾ ਜੀ ਜੰਗ ਲੜਨ ਵਾਸਤੇ ਗਏ ਹਨ
ਤੇ ਦੋਵੇਂ ਲਾਲ ਆਪੋ ਵਿੱਚ ਮੂੰਹ ਕਰਕੇ ਨਾਲੇ ਤੁਰੀ ਜਾਂਦੇ ਨੇ, ਨਾਲੇ ਇੱਕ ਦੂਜੇ ਵੱਲ ਮੁਖ ਕਰਕੇ ਕਹਿੰਦੇ ਨੇ, ਜਬ ਰਣ ਅਜੀਤ ਜੀਤ ਕੇ ਤਸ਼ਰੀਫ ਲਾਈ। ਜਦੋਂ ਸਾਡੇ ਵੱਡੇ ਭਰਾ ਅਜੀਤ ਸਿੰਘ ਜੀ ਜੰਗ ਜਿੱਤ ਕੇ ਆਉਣਗੇ ਨਾ, ਅੱਬਾ ਕੇ ਸਾਥ ਜਿਸ ਘੜੀ ਜੁਝਾਰ ਆਏਂਗੇ, ਜਦੋਂ ਪਿਤਾ ਜੀ ਦੇ ਨਾਲ ਜੁਝਾਰ ਸਿੰਘ ਵੀ ਆਏਗਾ, ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਂਗੇ। ਅਸੀਂ ਉਹਨਾਂ ਨਾਲ ਰੁੱਸ ਪੈਣਾ ਹੈ ਤੇ ਜੰਗਾਂ ਤੇ ਅੱਗੇ ਵੀ ਹੁੰਦੀਆਂ ਨੇ, ਪਰ ਤੁਸਾਂ ਕਿਸੇ ਨੇ ਵੀ ਸਾਡਾ ਨਹੀਂ ਦੇਖਿਆ ਵੀ ਮਾਂ ਜੀ ਬਿਰਧ ਨੇ ਕਿੱਦਾਂ ਸਾਨੂੰ ਦਾਦੀ ਅੰਮਾ ਚੁੱਕੇਗੀ। ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਂਗੇ। ਸਾਧ ਸੰਗਤ ਇੱਕ ਗੱਲ ਯਾਦ ਰੱਖਣੀ, ਸਾਡੇ ਉਸਤਾਦ ਜੀ ਕਹਿੰਦੇ ਸੀ, ਬੇਟਾ ਬੱਚੇ ਉਹ ਰੁੱਸਦੇ ਨੇ ਜਿਨ੍ਹਾਂ ਦਾ ਮਾਤਾ ਪਿਤਾ ਜਿੰਦਾ ਹੋਵੇ। ਯਤੀਮ ਬੱਚੇ ਕਦੇ ਨਹੀਂ ਰੁੱਸਦੇ, ਜਿਨ੍ਹਾਂ ਦਾ ਮਾਤਾ ਪਿਤਾ ਮਰ ਜਾਏ ਛੋਟੇ ਹੁੰਦੇ ਆ, ਉਹ ਨਹੀਂ ਰੁੱਸਦੇ। ਉਹਨਾਂ ਨੂੰ ਪਤਾ ਹੁੰਦਾ ਸਾਨੂੰ ਮਨਾਉਣਾ ਕਿਸੇ ਨੇ ਨਹੀਂ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਮੈਨੂੰ ਸਭ ਕੁਝ ਕਰਨਾ ਆਉਂਦਾ ਪਰ ਮੈਨੂੰ ਰੁੱਸਣਾ ਨਹੀਂ ਆਉਂਦਾ, ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀ ਰੁੱਸਣਾ ਕਿਹਦੇ ਨਾਲ ਤੇ ਮਨਾਉਣਾ ਮੈਨੂੰ, ਕਿਉਂਕਿ ਮੈਨੂੰ ਮਨਾਉਣ ਵਾਲਾ ਕੋਈ ਨਹੀਂ ਸੀ। ਸਾਡੇ ਉਸਤਾਦ ਜੀ ਕਹਿੰਦੇ ਸੀ, ਬੇਟਾ ਰੁੱਸਦੀਆਂ ਉਹ ਨੇ ਜਿਨ੍ਹਾਂ ਦੇ ਸਿਰ ਤੇ ਮਾਲਕ ਹੋਵੇ। ਵਿਧਵਾ ਇਸਤਰੀ ਕਦੇ ਨਹੀਂ ਰੁੱਸਦੀ, ਕਿਉਂਕਿ ਉਹਦਾ ਮਾਲਕ ਨਹੀਂ ਹੁੰਦਾ। ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਂਗੇ। ਫਿਰ ਆਪੋ ਚ ਕਹਿੰਦੇ ਨੇ, ਮਾਤਾ ਕਭੀ ਪਿਤਾ ਕਭੀ ਭਾਈ ਮਨਾਏਂਗੇ। ਆਪੋ ਚ ਗੱਲਾਂ ਬਾਤਾਂ ਕਰਦੇ ਨੇ, ਕਦੇ ਸਾਨੂੰ ਸਾਡੀ ਮਾਂ ਮਨਾਏਗੀ ਆਣ ਕੇ, ਮਾਂ ਸੁੰਦਰੀ, ਕਦੇ ਸਾਨੂੰ ਪਿਤਾ ਜੀ ਮਨਾਉਣਗੇ, ਕਦੇ ਅਜੀਤ ਸਿੰਘ ਸਾਨੂੰ ਗਲੇ ਨਾਲ ਲਗਾਏਗਾ, ਲਗਾ ਕੇ ਹਮ ਕੋ ਗਲੇ ਉਹ ਕहेंगे ਬਾਰ ਬਾਰ। ਕਦੇ ਅਜੀਤ ਸਿੰਘ ਗਲੇ ਨਾਲ ਲਾਏਗਾ, ਕਦੇ ਪਿਤਾ ਜੀ ਗਲੇ ਨਾਲ ਲਾਉਣਗੇ, ਕਦੇ ਮਾਂ ਸਾਡੀ ਪਿਤਾ ਜੀ ਗਲੇ ਨਾਲ ਲਾਉਣਗੇ। ਲਗਾ ਕੇ ਹਮ ਕੋ ਗਲੇ कहेंगे वो ਬਾਰ ਬਾਰ। ਮੰਨ ਜੋ ਲੇਕਿਨ ਹਮ ਨਹੀਂ ਮਾਨੇਂਗੇ ਜਨਾਰ। ਕਦੇ ਨਹੀਂ ਮੰਨਣਾ ਉਹਨਾਂ ਦਾ। ਸਾਧ ਸੰਗਤ, ਦਾਦੀ ਅੰਮਾ ਬਾਰੇ ਜ਼ੋਰਾਵਾਰ ਸੇ ਕਹਿਣ ਲੱਗਾ ਫਤਿਹ ਸਿੰਘ, ਜੇ ਦਾਦੀ ਅੰਮਾ ਆਖੇਗੀ ਮੰਨ ਜਾਓ ਤੇ ਫਿਰ ਤੇ ਮੰਨ ਜਾਣਾ ਚਾਹੀਦਾ। ਸਾਹਿਬਜ਼ਾਦਾ ਫਤਿਹ ਸਿੰਘ ਏਡਾ ਰੌਸ਼ਨ ਦਿਮਾਗ ਸੀ, ਕਹਿਣ ਲੱਗਾ, ਹਾਂ ਜੇ ਦਾਦੀ ਅੰਮਾ ਆਖਣਗੇ ਮੰਨ ਜਾਓ ਤੇ ਫਿਰ ਮੰਨਾਂਗੇ, ਪਰ ਦਾਦੀ ਅੰਮਾ ਨੂੰ ਇੱਕ ਗੱਲ ਕਹਿਣੀ ਆ ਵੀ ਇਹਨਾਂ ਸਾਰਿਆਂ ਨੂੰ ਇਹ ਗੱਲ ਮਨਵਾਓ, लेंगे इकरार सबसे बुलाना न फिर कभी, दरिया पे हमको छोड़ के जाना न फिर कभी, तड़फा के हमको सुरते जाना न फिर कभी। दोवें बच्चे आपो च गल्लां करदे ने। अल्लाह ज़ार खां जोगी जी कहंदे ने, बच्चों की गुफ्तगू जा सुनी दादी जान। जदों बच्चियां दी आपो विच गलबात सुनी, बेख्तियार रो दिया शहवाली शान ने। तब्बू दे के मां गुजरी ने अपने दिल नूं रोकिया, अखां दे उछलदे प्यालियां नूं रोकिया। मां गुजरी जी अपने दिल विच कह रहे सन, मेरे लालो किन्ने आउणा किन्ने रुसना किन्ने मनाउणा, जिहड़ा समा हुण बीत गया है, जिस तरह दा विछोड़ा पिया हुण किन्ने आउणा ते किन्ने मनाउणा। पर उन्ने चिर नूं थोड़ा जिहा सूरज छिपण की तैयारी विच है। मां गुजरी जी कहंदे ने, कहती थी जी में, अपने माणे विच ही मां जी कहन लगी, कहती थी जी में लेकर इनको किस तरफ जाऊं। आखन लगे, मां जी हुण मैं किधर इन्हां नूं लैके जावां। बेटे को बहुओं को जा रब्बा मैं कैसे पाऊं। मां गुजरी जी आखन लगे, 85 सालां दे बजुर्ग मां गुजरी जी, हे मेरे रब्बा मैं अपने बेटे नूं अपनियां नूहां नूं कित्थों लभां। बेटे को बहुओं को जा रब्बा मैं कैसे पाऊं। लखते जिगर के दोनों लाल मैं कैसे छुपाऊं। अपने लखते जिगर गुरु गोबिंद सिंह दे दूं लालां नूं मैं कित्थे छुपा के रख लवां। तुर्कों से राजपूतों से इंस को कैसे बचाऊं। तुर्क भी मेरे लालां दे वैरी ने, राजपूत भी मेरे लालां दे वैरी ने, किद्दां इन्हां नूं बचावां। अगला बचन बड़ा दिल चीरवां है। योगी जी कहंदे ने, मां गुजरी जी, साध संगत एक गल याद रखिए,
ਅੱਲਾ ਜ਼ਾਰ ਖਾਂ ਜੋਗੀ ਜੀ ਕਹਿੰਦੇ ਨੇ, ਮੇਰਾ ਵਿਸ਼ਵਾਸ ਹੈ ਵੀ ਮੈਨੂੰ ਗੁਰੂ ਗੋਬਿੰਦ ਸਿੰਘ ਨੇ ਕਿਹਾ, ਯੋਗੀ ਅੱਲਾ ਜ਼ਾਰ ਖਾਂ ਬਹਿ ਜਾ ਮੇਰੀ ਮਾਂ ਬੁੱਢੜੀ ਦੇ ਕੋਲ, ਗੁਜਰੀ ਦੇ ਕੋਲ, ਤੇ ਜਿੰਨਾ ਜਿੱਦਾਂ ਇਹਦੇ ਬੁੱਢੇ ਹੱਡਾਂ ਤੇ ਦੁੱਖ ਵਾਪਰਿਆ ਇਹਦੇ ਕੋਲ ਪੁੱਛ ਕੇ ਲਿਖ ਲਾ। ਅੱਲਾ ਜ਼ਾਰ ਖਾਂ ਜੋਗੀ ਜੀ ਕਹਿੰਦੇ, ਮੈਨੂੰ ਪੂਰਨ ਭਰੋਸਾ ਹੈ ਆਪਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ, ਵੀ ਮੈਨੂੰ ਉਹਨੇ ਆਖਿਆ ਬਹਿ ਜਾ ਮੇਰੀ ਬੁੱਢੜੀ ਮਾਂ ਦੇ ਕੋਲ, ਤੇ ਜਿਸ ਤਰ੍ਹਾਂ ਇਹਦੇ ਨਾਲ ਬੀਤੀ ਉਹ ਲਿਖ। ਮੇਰੇ ਕੋਲ ਜੋ ਲਿਖਵਾਇਆ ਮਾਂ ਗੁਜਰੀ ਨੇ ਲਿਖਵਾਇਆ। ਅਗਲਾ ਬਚਨ ਬੜਾ ਦਿਲ ਚੀਰਵਾਂ ਹੈ। ਮਾਂ ਜੀ ਕਹਿੰਦੇ ਨੇ, ਕਿੱਥੋਂ ਲੱਭਾਂ ਨੂੰਹਾਂ ਨੂੰ, ਕਿੱਥੋਂ ਲੱਭਾਂ ਪੁੱਤਰ ਨੂੰ, ਕਿੱਥੇ ਇਹਨਾਂ ਆਪਣੇ ਲਾਲਾਂ ਨੂੰ ਛਪਾ ਲਵਾਂ। ਬਿਪਤਾ ਜ਼ੈਫੀਓਂ ਮੇਂ ਜੇ ਕਿਆ ਮੁਝ ਪੇ ਪੜ ਗਈ। ਮਾਂ ਜੀ ਆਖਣ ਲੱਗੀ, ਬੜੇਪੇ ਵਿੱਚ ਔਂਤਰੀ ਕੀ ਬਿਪਤਾ ਆਣ ਪਈ ਹੈ। ਬਿਪਤਾ ਜ਼ੈਫੀਓਂ ਮੇਂ ਜੇ ਕਿਆ ਮੁਝ ਪੇ ਪੜ ਪੇ ਗਈ, ਥੀ ਕੌਣ ਸੀ ਘੜੀ ਮੈਂ ਪਿਸਰ ਸੇ ਵਿਛੜ ਗਈ। ਕਿਹੜੀ ਔਂਤਰੀ ਘੜੀ ਸੀ, ਮੈਂ ਆਪਣੇ ਪੁੱਤ ਨਾਲੋਂ ਵਿਛੜ ਗਈ। ਇੰਨੇ ਚਿਰ ਨੂੰ ਮਾਂ ਗੁਜਰੀ ਜੀ ਥੋੜਾ ਜਿਹਾ ਅੱਗੇ ਗਏ, ਸੂਰਜ ਛੁਪਣ ਦੀ ਤਿਆਰੀ ਵਿੱਚ ਹੈ। 10-15 ਹਿਰਨ ਆਪਣੇ ਟਿਕਾਣਿਆਂ ਨੂੰ ਵਾਪਸ ਆ ਰਹੇ ਨੇ। ਜੰਗਲ ਬੀਆਬਾਨ ਵਿੱਚ 2 ਲਾਲ ਦੇਖੇ, ਮਾਂ ਜੀ ਨੂੰ ਦੇਖਿਆ। ਹਿਰਨ ਦੌੜੇ ਜਾਂਦੇ ਰੁਕ ਗਏ। ਮਾਂ ਗੁਜਰੀ ਦੋਵੇਂ ਲਾਲਾਂ ਨੂੰ ਫੜ ਕੇ ਇਸ ਤਰ੍ਹਾਂ ਖੜੀ ਹੋ ਗਈ। ਅੱਲਾ ਜ਼ਾਰ ਖਾਂ ਜੋਗੀ ਜੀ ਕਹਿੰਦੇ ਨੇ, ਮਾਂ ਗੁਜਰੀ ਜੀ ਆਪਣੇ ਮਨ ਵਿੱਚ ਕਹਿਣ ਲੱਗੇ, ਗੁਜਰੀਏ ਆਤੇ ਥੇ ਸ਼ੇਰ ਸਾਹਮਣੇ ਗਰਦਨ ਕੋ ਡਾਲ ਕੇ। ਗੁਜਰੀਏ ਜਦੋਂ ਆਨੰਦਪੁਰ ਮੈਂ ਆਪਣੇ ਪੁੱਤ ਦੇ ਕੋਲ ਰਹਿੰਦੀ ਸਾਂ, ਮੇਰੇ ਪੁੱਤ ਦੇ ਆਨੰਦਪੁਰ ਵਸ ਦੇ ਵਿੱਚ, ਆਨੰਦਪੁਰ ਕਿਤੇ ਸਾਡੇ ਸਾਹਮਣੇ ਸ਼ੇਰ ਵੀ ਆਉਂਦੇ ਹੁੰਦੇ ਸੀ ਤੇ ਧੌਣਾ ਨੀਵੀਆਂ ਕਰਕੇ ਆਉਂਦੇ ਹੁੰਦੇ ਸੀ। ਆਤੇ ਥੇ ਸ਼ੇਰ ਸਾਹਮਣੇ ਤੋਂ ਗਰਦਨ ਕੋ ਡਾਲ ਕੇ, ਤੱਕ ਤੇ ਹਿਰਨ ਵੀ ਆਜ ਹੈ ਆਖੇ ਨਿਕਾਲ ਕੇ। ਮਾਂ ਗੁਜਰੀ ਜੀ ਆਖਣ ਲੱਗੇ, ਅੱਜ ਤੇ ਔਂਤਰੇ ਹਿਰਨ ਵੀ ਅੱਖਾਂ ਕੱਢ ਕੱਢ ਕੇ ਵਹਿੰਦੇ ਨੇ। ਨਰੰਗ ਹੈ ਤਮਾਮ ਜਮਾਨੇ ਕੀ ਤਾਲ ਕੇ। ਮਾਂ ਗੁਜਰੀ ਜੀ ਆਖਣ ਲੱਗੇ, ਇਹਨਾਂ ਹਿਰਨਾਂ ਨੂੰ ਵੀ ਜਮਾਨੇ ਦੀ ਚਾਲ ਛਲ ਲਿਆ ਜਾਪਦਾ। ਸਾਧ ਸੰਗਤ, ਦੁਖਿਆ ਥਾਂ ਬਹੁਤਾ ਦੁਖਦਾ, ਦੁਖਿਆ ਥਾਂ ਜ਼ਿਆਦਾ ਦੁਖਦਾ ਹੈ। ਅਜੇ ਥੋੜਾ ਜਿਹਾ ਹਿਰਨ ਅੱਗੇ ਚਲੇ ਗਏ, ਮਾਂ ਜੀ ਲੈ ਕੇ ਬੱਚਿਆਂ ਨੂੰ ਅੱਗੇ ਗਏ। ਗਿੱਦੜ ਸਭ ਤੋਂ ਡਰਾਕਲ ਜਾਨਵਰ ਹੈ। ਅੱਲਾ ਜ਼ਾਰ ਖਾਂ ਜੋਗੀ ਜੀ ਕਹਿੰਦੇ ਨੇ, ਗਿੱਦੜ ਵਾਪਸ ਜਾ ਰਹੇ ਨੇ ਆਪਣੋ ਆਪਣੇ ਟਿਕਾਣਿਆਂ ਨੂੰ। ਗਿੱਦੜ ਦੌੜੇ ਜਾਂਦੇ ਇੱਕਦਮ ਰੁਕ ਕੇ ਸਾਹਿਬਜ਼ਾਦਿਆਂ ਵੱਲ, ਮਾਂ ਗੁਜਰੀ ਵੱਲ ਵੇਖਣ ਲੱਗ ਪਏ। ਮਾਂ ਗੁਜਰੀ ਜੀ ਆਖਣ ਲੱਗੇ, ਤੇਵਰ ਹੈ ਬਦਲੇ ਹੋਏ ਬਣ ਕੇ ਹਰ ਸ਼ਿਗਾਲ ਕੇ। ਹੁਣ ਤੇ ਔਂਤਰੇ ਗਿੱਦੜਾਂ ਦੇ ਵੀ ਤੇਵਰ ਬਦਲ ਗਏ। ਮਾਂ ਸਿਆਣੇ ਲੋਕ ਅੱਜ ਵੀ ਕਹਿੰਦੇ ਨੇ, ਲੱਛਣ ਚੰਗੇ ਨਹੀਂ ਜਾਪਦੇ। ਸਿਆਣੇ ਲੋਕ ਸਮੇਂ ਦੀ ਨਜਾਕਤ ਨੂੰ ਵੇਖ ਕੇ ਕਹਿ ਦਿੰਦੇ ਨੇ, ਸਮਾਂ ਚੰਗਾ ਨਹੀਂ ਜਾਪਦਾ। ਮਾਂ ਗੁਜਰੀ ਜੀ ਆਪਣੇ ਮਨ ਵਿੱਚ ਹੀ ਕਹਿੰਦੇ ਨੇ, ਗੁਜਰੀਏ ਅੱਗੋਂ ਰੱਬ ਦੇ ਰੱਬ ਜਾਣੇ, ਦਰਪੇਸ਼ ਆਣ ਕਰੀਬ ਕੋਈ ਇਮਤਿਹਾਨ ਹੈ। ਗੁਜਰੀਏ ਤੇਰਾ ਕੋਈ ਇਮਤਿਹਾਨ ਨੇੜੇ ਹੀ ਆਉਣ ਵਾਲਾ ਹੈ। ਖਤਰੇ ਮੇਂ ਦੇਖ ਰਹੀ ਮੁਝੇ ਬੱਚੋਂ ਕੀ ਜਾਨ ਹੈ। ਗੁਜਰੀਏ ਅੱਗੋਂ ਰੱਬ ਦੇ ਰੱਬ ਜਾਣੇ, ਪਰ ਤੇਰੇ ਪੁੱਤਰਾਂ ਦੀ ਖੈਰ ਨਹੀਂ ਜਾਪਦੀ, ਤੇਰੇ ਲਾਲਾਂ ਦੀ ਖੈਰ ਨਹੀਂ ਜਾਪਦੀ। ਲੱਛਣ ਇਹ ਦੱਸਦੇ ਨੇ ਤੇਰੇ ਲਾਲਾਂ ਦੀ ਖੈਰ ਨਹੀਂ ਜਾਪਦੀ। ਰਾਹ ਕਠਨ ਸਰ ਪੇ ਸ਼ਾਮ ਹੈ, ਰਾਹ ਕਠਨ ਸਰ ਪੇ ਸ਼ਾਮ ਹੈ। ਚਾਰੋਂ ਤਰਫ ਦਸਤ 400 ਸ਼ੁਨਸ਼ਾਨ ਹੈ। ਮਾਂ ਜੀ ਕਹਿੰਦੇ, ਰਾਹ ਔਖਾ ਹੈ, ਰਾਤ ਸਿਰ ਧਿਆਨ ਪਈ ਹੈ, ਕਿੱਥੇ ਟਿਕਾਣਾ ਮਿਲਦਾ ਹੈ। ਦੇਖੀਏ ਕਹਾਂ ਸੇ ਹੋਤਾ ਸ਼ਬ ਕਾ ਕਿਆਮਾ। ਮਾਂ ਜੀ ਕਹਿੰਦੇ, ਦੇਖੋ ਹੁਣ ਰਾਤ ਨੂੰ ਕਿੱਥੇ ਟਿਕਾਣਾ ਮਿਲਦਾ ਰਹਿਣ ਵਾਸਤੇ। ਸਾਧ ਸੰਗਤ, ਇੱਥੇ ਇਤਿਹਾਸਕਾਰਾਂ ਦੀਆਂ ਵੱਖਰੀਆਂ ਵੱਖਰੀਆਂ ਰਾਵਾਂ ਨੇ, ਪਰ ਜੋ ਸਾਡੇ ਉਸਤਾਦ ਜੀ ਨੇ ਦੱਸਿਆ ਮੇਰੇ ਮੰਨਣ ਵਿੱਚ ਆਇਆ, ਮੈਂ ਤੁਹਾਡੇ ਨਾਲ ਸਾਂਝਾ ਕਰ ਲੱਗਾ। ਕਹਿੰਦੇ ਨੇ, ਗੰਗੂ ਰਸਤੇ ਵਿੱਚ ਮਿਲਿਆ, ਪਰ ਮੇਰੇ ਉਸਤਾਦ ਜੀ ਕਹਿੰਦੇ ਸਨ, ਬੇਟਾ ਜਗਦੇ ਹੋਏ ਦੀਵੇ ਮਾਂ ਜੀ ਨੂੰ ਵਿਖਾਈ ਦਿੱਤੇ। ਮਾਂ ਗੁਜਰੀ ਨੇ ਵੇਖਿਆ ਵੀ ਇਹ ਪਿੰਡ ਹੈ ਕੋਈ। ਪਿੰਡ ਤੋਂ ਬਾਹਰ ਇੱਕ ਬੰਦਾ ਮਿਲਿਆ। ਮਾਂ ਗੁਜਰੀ ਜੀ ਕਹਿੰਦੇ ਨੇ ਉਹਨੂੰ, ਕਹਿੰਦੇ ਨੇ, ਵੇ ਭਰਾ, ਇਹ ਪਿੰਡ ਦਾ ਨਾਮ ਕੀ ਹੈ? ਉਹ ਬੰਦਾ ਆਖਣ ਲੱਗਾ, ਇਸ ਪਿੰਡ ਦਾ ਨਾਮ ਮਾਂ ਜੀ ਖੇੜੀ ਹੈ। ਮਾਂ ਜੀ ਆਖਣ ਲੱਗੇ, ਵੇ ਪੁੱਤਰ, ਮਾਂ ਜੀ ਨੂੰ ਚੇਤਾ ਆ ਗਿਆ। ਮਾਂ ਜੀ ਕਹਿਣ ਲੱਗੇ, ਪੁੱਤਰ, ਇਸ ਖੇੜੀ ਪਿੰਡ ਦਾ ਇੱਕ ਗੰਗਾ ਰਾਮ ਹੁੰਦਾ ਸੀ। ਹਾਂ ਮਾਂ ਜੀ, ਗੰਗਾ ਰਾਮ ਸਾਡੇ ਪਿੰਡ ਦਾ ਹੈ। ਮਾਂ ਜੀ ਕਹਿੰਦੇ ਨੇ, ਪੁੱਤਰ, ਮੈਨੂੰ ਗੰਗਾ ਰਾਮ ਦੇ ਘਰ ਛੱਡਿਆ ਫਿਰ ਜਾ ਕੇ।
ਬੰਦਾ ਉਹਦੇ ਘਰ ਵਿੱਚ ਦੁੱਖ ਵੇਲੇ ਜਾਂਦਾ ਜਿਹਦੇ ਤੇ ਆਸ ਹੋਵੇ। ਉਹ ਜਿਹੜਾ ਬੰਦਾ ਸੀ ਆਖਣ ਲੱਗਾ, ਮਾਂ ਜੀ ਤੁਸੀਂ ਇੱਕ ਗਲੀ ਛੱਡ ਕੇ ਦੂਜੀ ਗਲੀ ਛੱਡ ਕੇ ਤੀਸਰੀ ਗਲੀਏ ਪੈ ਜਿਓ, ਪੰਜਵਾਂ ਘਰ ਸੱਜੇ ਪਾਸੇ ਗੰਗਾ ਰਾਮ ਦਾ ਹੈ। ਮਾਂ ਜੀ ਆਖਣ ਲੱਗੇ, ਪੁੱਤਰ ਹਨੇਰਾ ਬੜਾ, ਤੂੰ ਸਾਨੂੰ ਛੱਡ ਹੀ ਆ। ਮਾਂ ਗੁਜ਼ਰੀ ਦੇ ਅੱਗੇ ਅੱਗੇ ਉਹ ਬੰਦਾ ਤੁਰ ਪਿਆ। ਗੰਗੂ ਦੇ ਘਰ ਦੇ ਅਗਲੇ ਪਾਸੇ ਜਾ ਕੇ ਉਹਨੇ ਚਿਰ ਨੂੰ ਬੜਾ ਹਨੇਰਾ ਹੋ ਗਿਆ ਹੈ। ਸਰਦੀਆਂ ਦੇ ਰਾਤਾਂ ਵਿੱਚ ਵੈਸੇ ਵੀ ਲੋਕ ਛੇਤੀ ਦਰਵਾਜ਼ੇ ਬੰਦ ਕਰ ਲੈਂਦੇ ਨੇ। ਉਸ ਮੁਸਲਮਾਨ ਭਾਈ ਨੇ ਦਰਵਾਜ਼ਾ ਖੜਕਾਇਆ, ਕੁੰਡਾ ਖੜਕਾਇਆ। ਓਏ ਗੰਗਿਆ, ਪਿੰਡਾਂ ਵਿੱਚ ਅਜੇ ਵੀ ਪੂਰਾ ਨਾਮ ਲੈ ਕੇ ਕੌਣ ਬੁਲਾਉਂਦਾ? ਓਏ ਗੰਗਿਆ, ਓਏ ਗੰਗਿਆ। ਹਾਂ ਭਾਈ ਕੌਣ? ਉਹ ਮੁਸਲਮਾਨ ਆਖਣ ਲੱਗਾ, ਉਹ ਗੰਗਿਆ ਮੈਂ ਖੈਰਦੀਨ ਬੋਲਦਾ ਹਾਂ। ਭਈ ਤੇਰੇ ਘਰ ਕੁਝ ਮਹਿਮਾਨ ਆਏ ਹਨ। ਭਈ ਇੱਕ ਬਜ਼ੁਰਗ ਮਾਂ ਜੀ ਆਏ ਨੇ ਤੇ ਦੋ ਤੇਰੇ ਘਰ ਛੋਟੇ ਛੋਟੇ ਪਰੌਣੇ, ਬੜੇ ਸੋਹਣੇ ਸੋਹਣੇ ਤੇਰੇ ਘਰ ਛੋਟੇ ਛੋਟੇ ਬੱਚੇ ਆਏ ਨੇ। ਉਠੋ ਗੰਗਿਆ ਦੇਖ। ਇੰਨੀ ਗੱਲ ਕਹਿ ਕੇ ਗੰਗੇ ਨੇ ਆਖਿਆ ਮੈਂ ਆਇਆ ਆ। ਉਹ ਖੈਰਦੀਨ ਤੇ ਚਲਾ ਗਿਆ। ਗੰਗੂ ਨੇ ਦਰਵਾਜ਼ਾ ਖੋਲਿਆ। ਜਦੋਂ ਦੇਖਿਆ ਵੀ ਮਾਂ ਗੁਜ਼ਰੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਂ ਜੀ। ਸਾਧ ਸੰਗਤ, ਜੇ ਗੰਗੂ ਮਾੜਾ ਬੰਦਾ ਹੁੰਦਾ ਨਾ ਤੇ ਉਹਦੇ ਘਰ ਕਦੇ ਮਾਂ ਗੁਜ਼ਰੀ ਜੀ ਨਾ ਜਾਂਦੇ। ਇਹ ਸਾਨੂੰ ਵੱਡਾ ਦਿਲ ਕਰਕੇ ਸੁਣਨੀ ਚਾਹੀਦੀ ਆ ਗੱਲ। ਜੇ ਕਿਤੇ ਗੰਗੂ ਸ਼ੁਰੂ ਤੋਂ ਨਕੰਮਾ ਹੁੰਦਾ ਨਾ, ਮਾੜਾ ਹੁੰਦਾ, ਤੇ ਮਾਂ ਗੁਜ਼ਰੀ ਜੀ ਉਹਦੇ ਘਰ ਨਾ ਜਾਂਦੇ। ਇਹ ਮਾਇਆ ਹੀ ਆ ਖਸਮਾਂ ਨੂੰ ਖਾਣੀ, ਜਿਹੜੇ ਬੰਦੇ ਦਾ ਨਾ ਧਰਮ ਛੱਡਦੀ ਆ ਨਾ ਈਮਾਨ ਛੱਡਦੀ ਹੈ। ਮਾਂ ਗੁਜ਼ਰੀ ਦੇ ਦਰਸ਼ਨ ਕਰਤੇ, ਮਹਾਰਾਜ ਦੇ ਲਾਲਾਂ ਦੇ ਦਰਸ਼ਨ ਕਰਕੇ ਇਤਿਹਾਸ ਕਹਿੰਦਾ ਵੀ ਗੰਗੂ ਨੇ ਚਰਨੀ ਹੱਥ ਲਾਏ, ਆਪਣੀ ਘਰਵਾਲੀ ਨੂੰ ਆਵਾਜ਼ ਮਾਰੀ, ਭਗਵਾਨ ਨੇ ਛੇਤੀ ਆ, ਮਾਂ ਜੀ ਆਏ ਹਨ, ਗੁਰੂ ਜੀ ਦੇ ਛੋਟੇ ਲਾਲ ਆਏ ਹਨ। ਗੰਗੂ ਤੇ ਉਹਦੇ ਘਰਵਾਲੀ ਨੇ ਦੋ ਲਾਲਾਂ ਨੂੰ ਚੁੱਕ ਕੇ ਵਾਰੀ ਵਾਰੀ ਮਸਤਕ ਚੁੰਮਿਆ, ਸੀਨੇ ਦੇ ਨਾਲ ਲਾਇਆ। ਉਦੋਂ ਤੱਕ ਗੰਗੂ ਦੀ ਨੀਅਤ ਠੀਕ ਸੀ। ਮਾਂ ਕੀ ਗੱਲ ਹੋਈ ਹੈ? ਮਾਂ ਇਸ ਹਾਲਾਤ ਵਿੱਚ ਕਿਵੇਂ? ਮਾਂ ਜੀ ਤੁਸੀਂ ਇਕੱਲੇ ਲਾਲਾਂ ਨੂੰ ਲੈ ਕੇ? ਮਾਂ ਜੀ ਕਹਿੰਦੇ ਨੇ, ਪੁੱਤਰ ਮੈਂ ਤੈਨੂੰ ਸਾਰੀ ਗੱਲ ਦੱਸਾਂਗੀ, ਪਰ ਮੇਰੇ ਲਾਲ ਪੋਹ ਦੀ ਠੰਡੀ ਰਾਤ ਨੇ ਫੰਡ ਦਿੱਤੇ ਨੇ। ਜਿਉਂ ਅਨੰਦਪੁਰ ਤੋਂ ਤੁਰਿਆ ਮੀਂਹ ਨਹੀਂ ਹਟਿਆ। ਵੇ ਗੰਗੂ ਅੱਗ ਬਾਲ ਮੇਰੇ ਲਾਲਾਂ ਦੇ ਹੱਡਾਂ ਨੂੰ ਹਵਾ ਚੀਰ ਗਈ ਹੈ। ਗੰਗੂ ਨੇ ਅੱਗ ਬਾਲੀ, ਅੱਗ ਸੇਕੀ। ਸਾਧ ਸੰਗਤ ਅੱਜ ਤੇ ਪਲਾਸਟਿਕ ਦੇ ਲਿਫਾਫੇ ਨੂੰ, ਉਦੋਂ ਵੀ ਕੋਈ ਸਾਧਨ ਹੋਏਗਾ ਵੀ ਜਿਹਦੇ 'ਚ ਬਸਤਰ ਗਿੱਲੇ ਨਾ ਹੋਣ, ਪਰ ਇਹਦੇ ਬਾਰੇ ਮੈਨੂੰ ਪਤਾ ਨਹੀਂ ਵੀ ਉਦੋਂ ਕਿਹੜੀ ਚੀਜ਼ ਹੁੰਦੀ ਸੀ ਜਿਹਦੇ ਨਾਲ ਬਸਤਰ ਗਿੱਲੇ ਨਾ ਹੋਣ। ਇਹ ਅਜੇ ਇਸ ਪਾਸੇ ਖੋਜ ਕਰਨੀ ਚਾਹੀਦੀ ਹੈ ਵਿਦਵਾਨਾਂ ਨੂੰ। ਇਤਿਹਾਸ ਕਹਿੰਦਾ ਵੀ ਮਾਂ ਗੁਜਰੀ ਨੇ ਖੁਰਜੀ ਵਿੱਚੋਂ ਜਦੋਂ ਅੱਗ ਸੇਕੀ ਗਈ ਤੇ ਖੁਰਜੀ ਵਿੱਚੋਂ ਸੁੱਕੇ ਬਸਤਰ ਲੈ ਕੇ ਦੋ ਲਾਲਾਂ ਦੇ ਬਦਲੇ, ਤੇ ਉਸ ਵੇਲੇ ਜਿਹੜੀ ਸੋਨੇ ਦੇ ਮੋਹਰਾਂ ਦੀ ਥੈਲੀ ਸੀ ਮਾਂ ਗੁਜਰੀ ਨੇ ਇੱਕ ਪਾਸੇ ਕਰ ਲਈ। ਜਦੋਂ ਸੋਨੇ ਦੀਆਂ ਮੋਹਰਾਂ ਦੀ ਥੈਲੀ ਵਿੱਚੋਂ ਮੋਹਰਾਂ ਛਣ ਗਈਆਂ, ਇਸ ਚੰਦਰੀ ਨਜ਼ਰ ਨੇ ਜਦੋਂ ਸੋਨੇ ਦੀਆਂ ਮੋਹਰਾਂ ਵੇਖੀਆਂ, ਬਸ ਗੰਗੂ ਉੱਥੇ ਹੀ ਬੇਈਮਾਨ ਹੋ ਗਿਆ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਜਿਹੜਾ ਬੰਦਾ ਲਾਲਚ ਦੇ ਅਧੀਨ ਹੋ ਜੇ ਉਹ ਜੰਮਣ ਵਾਲੀ ਨੂੰ ਵੀ ਮਾਫ ਨਹੀਂ ਕਰਦਾ, ਉਹ ਪਿਓ ਨੂੰ ਵੀ ਮਾਫ ਨਹੀਂ ਕਰਦਾ, ਮਿੱਤਰਾਂ ਨੂੰ ਮਾਫ ਨਹੀਂ ਕਰਦਾ, ਭਰਾਵਾਂ ਨੂੰ ਨਹੀਂ ਮਾਫ ਕਰਦਾ, ਮਿੱਤਰਾਂ ਨੂੰ ਤੇ ਪੁੱਤਰਾਂ ਨੂੰ, ਮਾਂ ਜਨਮ ਦੇਣ ਵਾਲੀ ਨੂੰ ਮਾਫ ਨਹੀਂ ਕਰਦਾ। ਗੰਗੂ ਦੀ ਨਿਗਾਹ ਪੈ ਗਈ ਇਹਨਾਂ ਮੋਹਰਾਂ ਤੇ। ਗੰਗੂ ਦਾ ਈਮਾਨ ਡੋਲ ਗਿਆ। ਬਿਸਤਰੇ ਵਿੱਚ ਮਾਂ ਗੁਜਰੀ ਜੀ ਦੋਵੇਂ ਲਾਲਾਂ ਨੂੰ ਲੈ ਕੇ ਬੈਠੇ, ਰਹਿਰਾਸ ਦਾ ਪਾਠ ਕੀਤਾ, ਸੋਹਿਲਾ ਸਾਹਿਬ ਦਾ ਪਾਠ ਕੀਤਾ, ਪ੍ਰਸ਼ਾਦਾ ਵੀ ਛਕਿਆ। ਨਾਲ ਐਨ ਇੱਕ ਮੰਜੀ ਗੰਗੂ ਨੇ ਆਪਣੇ ਘਰਵਾਲੀ ਦੀ ਢਾ ਦਿੱਤੀ। ਗੰਗੂ ਦੇ ਘਰਵਾਲੀ ਤੇ ਮਾਂ ਗੁਜਰੀ ਜੀ ਐਨ ਲਾਗੇ ਮੋਹਰਾਂ ਵਾਲੀ ਜਿਹੜੀ ਥੈਲੀ ਸੀ ਖੁਰਜੀ ਹੇਠਾਂ ਰੱਖ ਲਈ। ਸਾਧ ਸੰਗਤ ਅੰਮ੍ਰਿਤ ਵੇਲੇ ਮਾਂ ਜੀ ਉੱਠੇ, ਇਸ਼ਨਾਨ ਪਾਣ ਕੀਤਾ, ਦੋਵੇਂ ਲਾਲਾਂ ਨੂੰ ਇਸ਼ਨਾਨ ਕਰਵਾਇਆ, ਬਾਣੀ ਪੜ੍ਹੀ। ਮਾਂ ਗੁਜਰੀ ਨੇ ਅਚਾਨਕ ਹੀ ਮੰਜੇ ਥੱਲੇ ਝਾਤੀ ਮਾਰੀ। ਮਾਂ ਗੁਜਰੀ ਜੀ ਕਹਿੰਦੇ ਨੇ, ਵੇ ਗੰਗੂ ਪੁੱਤਰਾ, ਮੰਜੇ ਦੇ ਹੇਠ ਮੋਹਰਾਂ ਵਾਲੀ ਇੱਕ ਥੈਲੀ ਸੀ, ਉਹ ਸੰਭਾਲ ਲਈ ਉਹ ਰਾਤੀ? ਸਾਧ ਸੰਗਤ ਗੰਗੂ ਆਪੇ ਤੋਂ ਬਾਹਰ ਹੋ ਗਿਆ। ਮਾਂ ਕਿਹੜੀ ਥੈਲੀ, ਮਾਂ ਕਿਹੜੀ ਖੁਰਜੀ, ਮਾਂ ਕਿਹੜੀਆਂ ਸੋਨੇ ਦੀਆਂ ਮੋਹਰਾਂ? ਮਾਂ ਸਮਝ ਗਈ ਵੀ ਗੰਗੂ ਦੀ ਨੀਅਤ ਬਦਲ ਗਈ ਹੈ। ਗਿਆਨੀ ਸੋਹਣ ਸਿੰਘ ਸੀਤਲ ਕਹਿੰਦੇ ਨੇ ਵੀ ਜਿਹੜਾ ਚੋਰ ਬੰਦਾ ਹੋਏ ਉਹਦੀ ਵੱਡੀ ਨਿਸ਼ਾਨੀ ਇਹ ਹੈ
ਇੱਕ ਤੇ ਉੱਚੀ ਬੋਲਦਾ, ਇੱਕ ਗੁੱਸੇ ਵਿੱਚ ਛੇਤੀ ਆਉਂਦਾ। ਚੋਰ ਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਹੈ। ਇੱਕ ਉਹਦਾ ਕਿਤੇ ਜਿਹੜੇ ਬੰਦੇ ਨੇ ਚੋਰੀ ਨਹੀਂ ਕੀਤੀ ਉਹ ਆਖੇਗਾ ਭਰਾ ਜੀ ਮੈਂ ਆਪਣੇ ਪੁੱਤਰਾਂ ਨੂੰ ਲੈ ਕੇ ਗੁਰਦੁਆਰੇ ਤੁਰ ਜਾਣਾ, ਤੁਸੀਂ ਮੈਨੂੰ ਹਰਜਾਨਾ ਲਾ ਦਿਓ, ਤੁਸੀਂ 4 ਬੰਦੇ ਬਿਠਾ ਲਓ, ਜੇ ਤੁਸੀਂ ਮੇਰਾ ਗੁਨਾਹ ਸਾਬਤ ਕਰ ਦਿਓ ਮੈਂ ਦੂਣੀ ਰਕਮ ਭਰਾਂਗਾ। ਮੈਨੂੰ ਤੇ ਸ਼ਰਮ ਆ ਰਹੀ ਹੈ ਇਹ ਗੱਲ ਸੁਣ ਕੇ ਤੁਸੀਂ ਮੇਰੇ ਤੇ ਇਲਜ਼ਾਮ ਲਾਇਆ ਹੈ। ਪਰ ਜਿਹੜਾ ਬੰਦਾ ਝੂਠਾ ਹੋਵੇ ਤੇ ਚੋਰ ਹੋਵੇ, ਗਿਆਨੀ ਸੋਹਣ ਸੇ ਸੀਤਲ ਕਹਿੰਦੇ ਨੇ ਵੱਡੀ ਨਿਸ਼ਾਨੀ ਹੈ ਵੀ ਗੁੱਸੇ ਵਿੱਚ ਛੇਤੀ ਆਉਂਦਾ ਤੇ ਉੱਚੀ ਬੋਲਦਾ ਹੈ। ਗੰਗੂ ਉੱਚੀ ਉੱਚੀ ਬੋਲਣ ਲੱਗ ਪਿਆ, ਮਾਂ ਕਿਹੜੀਆਂ ਮੋਹਰਾਂ, ਕਿਹੜੀ ਥੈਲੀ ਕਿੱਥੇ ਪਈ ਸੀ? ਮਾਂ ਗੁਜਰੀ ਜੀ ਆਖਣ ਲੱਗੇ, ਪੁੱਤਰ ਰੌਲਾ ਨਾ ਪਾ, ਹੋ ਸਕਦਾ ਤੇਰੇ ਘਰ ਵਾਲੀ ਬੀਬੀ ਨੇ ਸੰਭਾਲ ਲਈ ਹੋਵੇ। ਗੰਗੂ ਆਖਣ ਲੱਗਾ, ਮਾਂ ਪਹਿਲਾਂ ਮੈਨੂੰ ਚੋਰ ਬਣਾਇਆ, ਹੁਣ ਮੇਰੇ ਘਰ ਵਾਲੀ ਨੂੰ ਚੋਰ ਬਣਾਇਆ। ਮਾਂ ਗੁਜਰੀ ਜੀ ਆਖਣ ਲੱਗੇ, ਗੰਗੂ ਪੁੱਤਰ ਮੈਂ ਚੋਰ ਨਹੀਂ ਬਣਾਇਆ, ਮੈਂ ਤੇ ਉਸ ਤਰ੍ਹਾਂ ਹੀ ਗੱਲ ਕੀਤੀ ਆ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਇੱਥੇ ਕਿਤੇ ਹੋਣਗੀਆਂ। ਮਾਂ ਗੁਜਰੀ ਸਮੇਂ ਦੇ ਨਿਜਾਤ ਨੂੰ ਪਛਾਣ ਕੇ ਸਮਾਂ ਟਾਲਣਾ ਚਾਹੁੰਦੇ ਸਨ। ਗੰਗੂ ਨੂੰ ਇੱਕ ਪਾਸੇ ਮੰਜੀ ਤੇ ਬਿਠਾ ਲਿਆ। ਮਾਂ ਜੀ ਆਖਣਗੇ, ਪੁੱਤਰ ਕੋਈ ਗੱਲ ਨਹੀਂ, ਫਿਰ ਕੀ ਹੋਇਆ, ਮੋਹਰਾਂ ਦੀ ਕਿਹੜੀ ਗੱਲ ਹੈ, ਇੱਥੇ ਕਿਤੇ ਹੋਣਗੀਆਂ, ਬਿਸਤਰੇ ਦੇ ਥੱਲੇ ਥੱਲੇ ਇੱਧਰ ਕਿਤੇ ਹੋਣਗੀਆਂ। ਪਰ ਗੰਗੂ ਆਪੇ ਤੋਂ ਬਾਹਰ ਹੋ ਕੇ ਆਖਣ ਲੱਗਾ, ਮਾਂ ਪੱਤਾ ਪੱਤਾ ਤੇਰੇ ਪੁੱਤ ਦਾ ਵੈਰੀ ਹੈ, ਪੱਤਾ ਪੱਤਾ ਤੇਰੇ ਪੋਤਰਿਆਂ ਦਾ ਵੈਰੀ ਹੈ। ਮਾਂ ਤੁਹਾਨੂੰ ਮੈਂ ਘਰ ਵਿੱਚ ਰਾਤ ਰੱਖ ਕੇ ਮੇਰਾ ਖਿਆਲ ਆ ਆਪਣੀ ਜਾਨ ਜੋਖਮ ਵਿੱਚ ਪਾਈ ਹੈ, ਆਪਣੀ ਜਾਨ ਖਤਰੇ 'ਚ ਪਾਈ ਹੈ। ਮਾਂ ਜੇ ਕਿਤੇ ਪਿੰਡ ਦੇ ਚੌਧਰੀ ਨੂੰ ਪਤਾ ਲੱਗ ਜੇ ਵੀ ਗੋਬਿੰਦ ਸਿੰਘ ਦੀ ਮਾਂ ਤੇ ਗੋਬਿੰਦ ਸਿੰਘ ਦੇ ਪੁੱਤਰ ਇਹਦੇ ਘਰ ਰਹੇ ਨੇ, ਮੇਰਾ ਤੇ ਕਣ ਬੱਚਾ ਕਰਵਾ ਦੇਗਾ ਚੌਧਰੀ। ਬਸ ਇੰਨੀ ਗੱਲ ਆ ਕੇ ਗੰਗੂ ਆਖਣ ਲੱਗਾ, ਮਾਂ ਮੇਰਾ ਖਿਆਲ ਹੈ ਤੁਹਾਨੂੰ ਘਰ ਵਿੱਚ ਰੱਖ ਕੇ ਆਪਣੀ ਜਾਨ ਖਤਰੇ ਵਿੱਚ ਨਹੀਂ ਪਾਉਣੀ ਚਾਹੀਦੀ, ਚੌਧਰੀ ਨੂੰ ਆਪ ਹੀ ਦੱਸ ਦੇਣਾ ਚਾਹੀਦਾ ਹੈ। ਗੰਗੂ ਉੱਠ ਕੇ ਛੇਤੀ ਨਾਲ ਤੁਰ ਲੱਗਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਂ ਗੁਜਰੀ ਨੇ ਉੱਠ ਕੇ ਬਾਂਹ ਫੜੀ। ਉੱਠ ਕੇ ਜਦੋਂ ਬਾਂਹ ਫੜੀ ਗੰਗੂ ਨੇ ਜ਼ੋਰ ਨਾਲ ਬਾਂਹ ਛਡਾਈ। ਬੱਬਰ ਸ਼ੇਰ ਦਾ ਪੁੱਤ ਬੱਬਰ ਸ਼ੇਰ ਹੀ ਹੁੰਦਾ। ਭਾਈ ਵੀਰ ਸਿੰਘ ਕਹਿੰਦੇ ਛੋਟਾ ਲਾਲ ਫਤਿਹ ਸਿੰਘ ਉੱਠ ਕੇ ਮੰਜੇ ਤੋਂ ਆਖਣ ਲੱਗਾ, ਵੇਖੋ 7 ਸਾਲ ਦਾ ਬੱਬਰ ਸ਼ੇਰ। ਮਾਂ ਗੁਜਰੀ ਨੇ ਜਦੋਂ ਤਰਲਾ ਲੈ ਕੇ ਬਾਂਹ ਫੜੀ ਵੀ ਗੰਗੂ ਬੈਠ ਪੁੱਤ ਬੈਠ, ਕਿੱਧਰ ਚੱਲਿਆ? ਤੇ ਸਾਹਿਬਜ਼ਾਦਾ ਫਤਿਹ ਸਿੰਘ ਆਖਣ ਲੱਗਾ, ਬੱਬਰ ਸ਼ੇਰ। ਭਾਈ ਵੀਰ ਸਿੰਘ ਕਹਿੰਦੇ ਨੇ ਆਖਣ ਲੱਗੇ, ਮਾਂ ਜੀ ਦੀ ਬਾਂਹ ਫੜੀ ਫਤਿਹ ਸਿੰਘ ਨੇ, ਮਾਂ ਜੀ ਕੀ ਕਹਿੰਦੇ ਹੋ, ਜਿੱਧਰ ਜਾਂਦਾ ਨੂੰ ਜਾ ਲੈਣ ਦਿਓ ਖਾਂ। ਸਾਧ ਸੰਗਤ ਭਾਈ ਵੀਰ ਸਿੰਘ ਦਾ ਬਚਨ ਪੜ੍ਹ ਕੇ ਹੈਰਾਨੀ ਹੁੰਦੀ ਹੈ, ਪਤਾ ਨਹੀਂ ਵੱਡੇ ਹੋ ਕੇ ਕੀ ਬਣਨਾ ਸੀ। ਵੇਖੋ ਪੁੱਤਰ ਨਹੀਂ ਚਾਹੁੰਦੇ ਮੇਰੀ ਮਾਂ ਕਿਸੇ ਅੱਗੇ ਤਰਲਾ ਮਾਰੇ, ਮਾਂ ਨਹੀਂ ਚਾਹੁੰਦੀ ਮੇਰੇ ਹੁੰਦਿਆਂ ਮੇਰਾ ਪੁੱਤਰ ਤਰਲਾ ਮਾਰੇ। ਫਤਿਹ ਸਿੰਘ ਨੂੰ ਮਾਂ ਗੁਜਰੀ ਤੇ ਤਰਸ ਆਇਆ, ਮਾਂ ਤੂੰ ਕਿਉਂ ਇਹਦੇ ਤਰਲੇ ਕਰਨੇ, ਮਾਂ ਜਿੱਧਰ ਜਾਂਦਾ ਨੂੰ ਜਾ ਲੈਣ ਦੇ ਖਾਂ। ਪਰ ਮਾਂ ਗੁਜਰੀ ਜੀ ਕੀ ਦੱਸਦੀ। ਬਸ ਗੰਗੂ ਵੱਡੀ ਗਲੀਏ ਪੈ ਕੇ ਚੌਧਰੀ ਦੇ ਘਰ ਅੱਗੇ ਜਾ ਕੇ ਦਰਵਾਜ਼ਾ ਖੜਕਾਉਣ ਲੱਗ ਪਿਆ। ਅੰਮ੍ਰਿਤ ਵੇਲਾ ਹੈ, ਲੋ ਨਹੀਂ ਲੱਗੀ। ਚੌਧਰੀ ਸਾਹਿਬ ਕੌਣ ਹੈ ਬਈ ਇਸ ਵੇਲੇ? ਚੌਧਰੀ ਸਾਹਿਬ ਮੈਂ ਗੰਗਾ ਬੋਲਦਾ ਹਾਂ, ਗੰਗਾ ਰਾਮ ਬੋਲਦਾ। ਭਾਈ ਗੰਗਾ ਰਾਮ ਕੀ ਇਸ ਵੇਲੇ ਤੈਨੂੰ ਹੋ ਗਿਆ, ਕਿੱਧਰ ਆਇਆ ਇਸ ਵੇਲੇ ਸਵੇਰੇ ਸਵੇਰੇ? ਚੌਧਰੀ ਸਾਹਿਬ ਅੱਲਾ ਨੇ ਸਬਬ ਲਾ ਦਿੱਤਾ ਹੈ। ਚੌਧਰੀ ਸਾਹਿਬ ਜਿਨ੍ਹਾਂ ਨੂੰ ਲੱਭਦੇ ਸੀ ਉਹ ਲੱਭ ਗਏ ਹਨ, ਜਿਨ੍ਹਾਂ ਨੂੰ ਭਾਲਦੇ ਫਿਰਦੇ ਸੋ ਉਹ ਮਿਲ ਗਏ ਹਨ। ਚੌਧਰੀ ਮੰਜੇ ਤੋਂ ਉੱਠਦਾ ਨਾਲੇ ਆਖੀ ਜਾਂਦਾ, ਉਹ ਗੰਗੂ ਕੌਣ ਮਿਲ ਗਏ ਨੇ, ਗੰਗੂ ਕੌਣ ਲੱਭ ਗਏ ਨੇ, ਗੰਗੂ ਕਿਹਦੀ ਗੱਲ ਕਰਦਾ? ਚੌਧਰੀ ਸਾਹਿਬ ਕੋਲ ਆਓ ਮੈਂ ਦੱਸਾਂ, ਅੱਲਾ ਨੇ ਸਬਬ ਲਾ ਦਿੱਤਾ ਹੈ। ਚੌਧਰੀ ਨੇ ਦਰਵਾਜ਼ਾ ਖੋਲਿਆ। ਗੰਗੂ ਬੜੇ ਪਰਦੇ ਨਾਲ ਆਖਣ ਲੱਗਾ, ਚੌਧਰੀ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਮਾਂ ਤੇ ਦੋਵੇਂ ਉਹਦੇ ਬੱਚੇ ਲੱਭ ਗਏ ਹਨ, ਮਿਲ ਗਏ ਹਨ। ਚੌਧਰੀ ਬੜੀ ਖੁਸ਼ੀ ਨਾਲ ਆਖਣ ਲੱਗਾ, ਗੰਗੂ ਇਹ ਤੂੰ ਸੁਣੀ ਸੁਣਾਈ ਗੱਲ ਕਰਦਾ ਕਿ ਕਿਤੇ ਵੇਖੇ ਨੇ? ਗੰਗਾ ਰਾਮ ਆਖਣ ਲੱਗਾ, ਗੰਗੂ ਆਖਣ ਲੱਗਾ, ਚੌਧਰੀ ਸਾਹਿਬ ਤੁਹਾਡੇ ਸੇਵਕ ਦੇ ਘਰ ਵਿੱਚ ਬੈਠੇ ਨੇ, ਮੇਰੇ ਘਰ ਵਿੱਚ ਬੈਠੇ ਨੇ, ਛੇਤੀ ਆਓ। ਚਲੋ ਗੰਗੂ ਜਾ ਕੇ ਦੇਖੀ। ਆਪਣੇ 2 ਨੌਕਰਾਂ ਨੂੰ ਆਵਾਜ਼ ਮਾਰ ਲਈ, ਸਿਪਾਹੀਆਂ ਨੂੰ। ਗੰਗੂ ਦੇ ਘਰ ਚਲੇ ਗਏ। ਦਰਵਾਜ਼ੇ ਖੋਲ ਕੇ ਜਦੋਂ ਦੇਖਿਆ, ਅੱਛਾ ਇਹ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਂ, ਇਹ ਹੈ ਗੁਰੂ ਗੋਬਿੰਦ ਸਿੰਘ ਦੇ ਬੱਚੇ। ਦਰਵਾਜ਼ਾ ਬੰਦ ਕਰ ਦਿੱਤਾ ਜਾਏ, ਕੁੰਡਾ ਲਾ ਦਿੱਤਾ ਜਾਵੇ। 2 ਆਪਣੇ ਸਿਪਾਹੀ ਮਰਿੰਡੇ ਭੇਜ ਦਿੱਤੇ ਤੇ ਆਪ ਗੰਗੂ ਨੂੰ ਆਖਣ ਲੱਗਾ, ਮੈਂ ਘਰ ਜਾਣਾ, ਚੁੱਪਚਾਪ ਹੋ ਜਾ, ਕਿਸੇ ਅੱਗੇ
ਦੁੱਖ ਤੱਕ ਨਾ ਨਿਕਲੇ, ਕਿਸੇ ਨਾਲ ਗੱਲ ਨਹੀਂ ਕਰਨੀ ਜਿੰਨਾ ਚਿਰ ਜਾਨੀ ਖਾਂ ਤੇ ਮਾਨੀ ਖਾਂ ਦਰੋਗੇ ਨਾ ਆ ਜਾਣ। ਬਸ ਸਾਧ ਸੰਗਤ ਉਧਰੋਂ ਸੂਰਜ ਚੜ ਪਿਆ, ਉਧਰੋਂ ਜਾਨੀ ਖਾਂ ਤੇ ਮਾਨੀ ਖਾਂ ਫੌਜ ਲੈ ਕੇ ਆ ਗਏ, ਉਧਰੋਂ ਚੌਧਰੀ ਆ ਗਿਆ। ਬਸ ਦਰਵਾਜ਼ਾ ਖੋਲਿਆ ਗਿਆ। ਮਾਂ ਗੁਜਰੀ ਜੀ ਦੋਵੇਂ ਲਾਲਾਂ ਨੂੰ ਲੈ ਕੇ ਜਦੋਂ ਦਰੋਗੇ ਆਖਣ ਲੱਗੇ ਚਲੋ ਸਾਡੇ ਨਾਲ, ਤੁਸੀਂ ਇਸ ਵੇਲੇ ਸਾਡੀ ਗ੍ਰਿਫਤਾਰੀ ਵਿੱਚ ਹੋ। ਜਦੋਂ ਮਾਂ ਗੁਜਰੀ ਤੇ ਦੋਵੇਂ ਲਾਲ, ਮਾਂ ਗੁਜਰੀ ਨੇ ਕੱਪੜਿਆਂ ਵਾਲੀ ਖੁਰਜੀ ਫੜ ਲਈ। ਮਾਂ ਗੁਜਰੀ ਜੀ ਗੰਗੂ ਨੂੰ ਵਿਹੜੇ ਵਿੱਚ ਖਲੋ ਕੇ ਕਹਿੰਦੇ ਨੇ, ਵੇ ਗੰਗੂ, ਮੈਂ ਤੈਨੂੰ ਇਹ ਗੱਲ ਪੁੱਛਦੀ ਆ, ਗੰਗੂ ਜਿਹੜੇ ਤਨ ਬਦਲੇ, ਗੰਗੂ ਜਿਹੜੇ ਤਨ ਬਦਲੇ ਐਡਾ ਵੱਡਾ ਪਾਪ ਕੀਤਾ ਏ, ਗੰਗੂ ਜਿਹੜੇ ਤਨ ਬਦਲੇ ਜੁਗੋਂ ਬਾਹਰਾ ਪਾਪ ਕੀਤਾ ਏ। ਗੰਗੂ ਪੁੱਤਰ ਮੈਂ ਤੈਨੂੰ ਪੁੱਛਦੀ ਆ ਕਿ ਇਹ ਧਨ ਤੈਨੂੰ ਪਾਰ ਲੰਘਾ ਦੇਗਾ। ਗੰਗੂ ਤੂੰ ਜੁਗੋਂ ਬਾਹਰਾ ਜ਼ੁਲਮ ਕੀਤਾ ਹੈ, ਗੰਗੂ ਤੇਰੇ ਘਰ ਆਏ ਸਾਂ, ਤੂੰ ਸਾਨੂੰ ਘਰ ਵਿੱਚ ਨਾ ਰੱਖਦਾ, ਸਾਨੂੰ ਘਰੋਂ ਬਾਹਰ ਮੋੜ ਦਿੰਦਾ, ਮੈਨੂੰ ਦੁੱਖ ਨਹੀਂ ਸੀ, ਪਰ ਗੰਗੂ ਤੂੰ ਮੇਰੇ ਲਾਲਾਂ ਨੂੰ ਮੌਤ ਦੇ ਮੂੰਹ ਵਿੱਚ ਨਹੀਂ ਸੀ ਪਾਉਣਾ। ਗੰਗੂ ਤੂੰ ਜੁਗੋਂ ਬਾਹਰਾ ਜ਼ੁਲਮ ਕੀਤਾ ਇਸ 4 ਟਕਿਆਂ ਬਾਰੇ। ਗੰਗੂ ਯਾਦ ਰੱਖੀ, ਜਿਸ ਧਨ ਬਾਰੇ ਤੂੰ ਮੇਰੇ ਲਾਲਾਂ ਨੂੰ ਮੌਤ ਦੇ ਮੂੰਹ ਵਿੱਚ ਪਾਇਆ, ਗੰਗੂ ਯਾਦ ਰੱਖੀ ਇਹ ਧਨ ਹੀ ਤੇਰੀ ਮੌਤ ਦਾ ਕਾਰਨ ਬਣੇਗਾ। ਮਾਂ ਗੁਜਰੀ ਜੀ ਦੋਵੇਂ ਲਾਲਾਂ ਨੂੰ ਲੈ ਕੇ ਦਰੋਗਿਆਂ ਦੇ ਨਾਲ ਤੁਰ ਪਏ। ਪਿੰਡ ਦੇ ਸਾਰੇ ਖੇੜੀ ਦੇ ਲੋਕ ਆਣ ਕੇ ਖਲੋਤੇ ਨੇ, ਕਾਂ ਵੱਟੀ ਫਿਰ ਗਏ ਵੀ ਸੁਣਿਆ ਮਾਂ ਗੁਜਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੋਵੇਂ ਲਾਲ ਕਾਬੂ ਆ ਗਏ ਨੇ, ਗ੍ਰਿਫਤਾਰ ਕੀਤੇ ਨੇ। ਕੋਈ ਪਿੰਡ ਵਿੱਚ ਦੌੜਾ ਫਿਰਦਾ ਹੈ, ਗੁਰੂ ਗੋਬਿੰਦ ਸਿੰਘ ਦੇ ਬੱਚੇ ਫੜੇ ਗਏ, ਕੋਈ ਆਂਦਾ ਪਈ, ਉਹ ਦੌੜ ਕੇ ਦੇਖੋ ਬੜੇ ਸੋਹਣੇ ਬੱਚੇ ਹਨ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਂ ਦੇ ਦਰਸ਼ਨ ਕਰਨ ਵਾਲੇ ਹਨ। ਕੋਈ ਦਰਸ਼ਨਾਂ ਦੀ ਖਾਤਰ ਆਇਆ, ਕੋਈ ਤਮਾਸ਼ਬੀਨ ਬਣ ਕੇ ਆਇਆ। ਪਿੰਡ ਦੇ ਸਾਰੇ ਲੋਕ ਪਿੰਡ ਤੋਂ ਬਾਹਰ ਆਣ ਕੇ ਖਲੋ ਗਏ। ਜਦੋਂ ਜਾਨੀ ਖਾਂ ਤੇ ਮਾਨੀ ਖਾਂ ਲੈ ਕੇ ਤੁਰ ਲੱਗੇ, ਸਾਧ ਸੰਗਤ ਸਭ ਕੁਝ ਕਿਤਾਬਾਂ 'ਚ ਨਹੀਂ ਲਿਖਿਆ ਹੋਇਆ। ਇੱਕ ਵਾਰੀ ਮੈਂ ਸ਼ਿਮਲੇ ਗਿਆ, ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਇੱਕ ਬਜ਼ੁਰਗ ਮੈਨੂੰ ਮਿਲੇ, ਕਹਿੰਦੇ ਸਾਹਿਬਜ਼ਾਦਿਆਂ ਦੇ ਛੋਟੇ ਸ਼ਹੀਦ ਸਾਹਿਬਜ਼ਾਦਿਆਂ ਦੇ ਦਿਨ ਤੇ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਕਾਰਸੇ ਵਾਲੇ ਇੱਥੇ ਸਨ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਸੀ। ਕਹਿੰਦੇ ਬਾਬਾ ਗੁਰਮੁਖ ਸਿੰਘ ਜੀ ਇੰਨੇ ਵਿਰਾਗੀ ਹੋਏ ਉਸ ਦਿਨ, ਇੰਨੇ ਵਿਰਾਗੀ ਹੋਏ, ਕਹਿਣ ਲੱਗੇ ਆਓ ਅਸੀਂ ਗੱਲਾਂ ਬਾਤਾਂ ਕਰੀਏ ਸਾਹਿਬਜ਼ਾਦਿਆਂ ਦੀਆਂ। ਸਾਧ ਸੰਗਤ ਮੈਂ ਤੇ ਭਗਤ ਧੰਨਾ ਜੀ ਐਸੋਸੀਏਸ਼ਨ ਵਾਲਿਆਂ ਦਾ ਧੰਨਵਾਦ ਕਰਦਾ, ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਸੰਗਤ ਦਾ। ਭਾਈ ਤੁਸੀਂ 8 ਦਿਨ ਲਗਾਤਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਂ ਗੁਜਰੀ ਤੇ ਸਾਹਿਬਜ਼ਾਦਿਆਂ ਦਾ ਪਿਆਰ ਲੈਂਦੇ ਹੋ, ਗੁਰੂ ਕਿਰਪਾ ਕਰੇ ਇਹ ਰਹਿੰਦੇ ਸਵਾਸਾਂ ਤੱਕ ਨਿਭ ਜਾਏ। ਚਲੋ ਖੈਰ ਸਾਰਾ ਪਿੰਡ ਆ ਗਿਆ ਤੇ ਸ਼ਿਮਲੇ ਵਿੱਚ ਮੈਨੂੰ ਬਜ਼ੁਰਗ ਨੇ ਦੱਸਿਆ, ਕਹਿੰਦੇ ਗਿਆਨੀ ਜੀ ਗੁਰਮੁਖ ਸਿੰਘ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹਨਾਂ ਦਾ ਅਨੁਭਵ ਹੁੰਦਾ ਹੈ। ਕਹਿੰਦੇ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਉਦੋਂ ਆਖਣ ਲੱਗੇ ਵੀ ਜਦੋਂ ਮਾਂ ਗੁਜਰੀ ਜੀ ਦੋਵੇਂ ਲਾਲਾਂ ਨੂੰ ਲੈ ਕੇ ਦਰੋਗਿਆਂ ਦੇ ਨਾਲ ਜਾਨੀ ਖਾਂ ਤੇ ਮਾਨੀ ਖਾਂ ਨਾਲ ਤੁਰ ਲਗੇ, ਥੋੜਾ ਜਿਹਾ ਗਏ, ਮਾਂ ਗੁਜਰੀ ਜੀ ਕਹਿੰਦੇ ਨੇ ਇਹ ਦਰੋਗਿਆ ਜੇ ਤੁਸੀਂ ਆਖੋ ਤੇ ਮੈਂ ਜਾਣ ਲੱਗੀ ਗੰਗੂ ਨਾਲ ਇੱਕ ਗੱਲ ਕਰਦਾ ਜਾਂਦੀ ਜਾਂਦੀ। ਦੋਵੇਂ ਦਰੋਗੇ ਆਖਣ ਲੱਗੇ ਮਾਂ ਕਰ ਲੈ ਜਿਹੜੀ ਗੱਲ ਕਰਨੀ ਹੈ। ਅਜੇ ਪਿੰਡ ਦੇ ਲੋਕ ਉੱਥੇ ਖਲੋਤੇ ਨੇ, ਮਾਂ ਗੁਜਰੀ ਜੀ ਵਾਪਸ ਆ ਗਏ, ਪਿੰਡ ਦੇ ਲੋਕ ਖਲੋਤੇ ਨੇ, ਗੰਗੂ ਵੀ ਉੱਥੇ ਖਲੋਤਾ ਹੈ। ਮਾਂ ਗੁਜਰੀ ਜੀ ਕਹਿੰਦੇ ਨੇ ਗੰਗੂ ਤੂੰ ਪਾਪ ਦੇ ਕੀਤਾ ਬਹੁਤ ਵੱਡਾ, ਗੰਗੂ ਤੂੰ ਜ਼ੁਲਮ ਦੇ ਕੀਤਾ ਬਹੁਤ ਵੱਡਾ, ਗੰਗੂ ਤੂੰ ਮੇਰੇ ਦਿਲ ਨੂੰ ਵਲੂੰਦਰ ਕੇ ਰੱਖ ਦਿੱਤਾ ਹੈ, ਗੰਗੂ ਤੂੰ ਮੇਰੀਆਂ ਆਂਦਰਾਂ ਨੂੰ ਵਲੇਟ ਕੇ ਰੱਖ ਦਿੱਤਾ, ਵਲੂੰਦਰ ਕੇ ਰੱਖ ਦਿੱਤਾ। ਗੰਗੂ ਤੂੰ ਜੁਗੋਂ ਬਾਹਰਾ ਜ਼ੁਲਮ ਕੀਤਾ, ਪਾਪ ਦੇ ਕੀਤਾ ਤੂੰ ਬਹੁਤ ਵੱਡਾ। ਪਰ ਗੰਗੂ ਮੈਂ ਇਸ ਕਰਕੇ ਵਾਪਸ ਆਈ ਆਂ ਵੀ ਗੰਗੂ ਜਾ ਮੈਂ ਤੈਨੂੰ ਮਾਫ ਕੀਤਾ, ਗੁਰੂ ਮੇਰੇ ਪੁੱਤਰ ਦਾ ਪੰਥ ਤੈਨੂੰ ਮਾਫ ਕਰੇ ਨਾ ਕਰੇ, ਪਰ ਗੰਗੂ ਜਾ ਮੈਂ ਤੈਨੂੰ ਮਾਫ ਕੀਤਾ। ਮਾਂ ਗੁਜਰੀ ਜੀ ਕਹਿਣ ਲੱਗੇ ਮੈਨੂੰ ਆਪਣੇ ਪਤੀ ਦੇ ਸੁਭਾਅ ਦਾ ਪਤਾ ਹੈ। ਭਾਈ ਮਤੀ ਦਾਸ ਨੇ ਆਖਿਆ ਸੀ ਮਹਾਰਾਜ ਹੁਕਮ ਕਰੋ ਦਿੱਲੀ ਤੇ ਲਾਹੌਰ ਨੂੰ ਆਪਸ ਚ ਲੜਾ ਕੇ ਮਰਵਾ ਦੇਣਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਖਿਆ ਸੀ ਮਤੀ ਦਾਸਾ ਜਦੋਂ ਸਿਰ ਤੇ ਬਣਦੇ ਫਿਰ ਆਪੇ ਤੋਂ ਬਾਹਰ ਨਹੀਂ ਹੋਈਦਾ, ਜਦੋਂ ਕੋਲ ਸ਼ਕਤੀ ਹੋਵੇ ਜਰੀਦਾ ਹੈ। ਮਤੀ ਦਾਸਾ ਆਪੇ ਤੋਂ ਬਾਹਰ ਨਹੀਂ ਹੋਈਦਾ। ਮਾਂ ਗੁਜਰੀ ਜੀ ਆਖਣ ਲੱਗੇ ਗੰਗੂ ਮੈਨੂੰ ਆਪਣੇ ਪਤੀ ਦੇ ਸੁਭਾਅ ਦਾ ਪਤਾ ਹੈ। ਮੇਰੇ ਪਤੀ ਗੁਰੂ ਤੇਗ ਬਹਾਦਰ ਸਾਹਿਬ ਨੇ ਮੈਨੂੰ ਇਹੀ ਆਖਣਾ ਜਦੋਂ ਸਿਰ ਤੇ ਬਣਦੇ ਫਿਰ ਇਸ ਤਰ੍ਹਾਂ ਕਰੀਦੀ ਹੁੰਦੀ ਹੈ। ਗੰਗੂ ਮੈਂ ਇਸ ਕਰਕੇ ਵਾਪਸ ਆਈ ਹਾਂ
गंगू मैं इस करके वापस आई हाँ कि जेड़ा तू पाप किया है तैनू बख्शण वास्ते इस फानी दुनिया च मैनू एक बारी फेर ना आना पै जाए। गंगू जा मैं तेनू माफ किया, मेरा गुरु गोबिंद सिंह का पंथ तेनू माफ करे या ना करे पर मैं तेनू माफ किया। मां गुजरी जी चल पे, जानी खां ते मानी खां ठाणे लै गए। एक रात हवालात विच कट्टी, अज भी हवालात मौजूद है। साध संगत अगले दिन मरिंडे तो सरहंद वालों बैल गड्डी विच लैके चल पे। जदों सरहंद दे कोल गए ते साध संगत हनेरा हो चुका सी। ठंडे बुरज दीयां पौड़ियां चढ़ाइयां गईयां। अगे अगे एक दरोगा है, पिछे पिछे मां गुजरी ते दोवें लाला नूं सरहंद दे ठंडे बुरज विच बिठाया गया। कोई खिड़की नहीं, कोई दरवाजा नहीं, हवा इधर दी उधर, जिथे गर्मियां विच भी गर्मी नहीं सी लगदी, सर्दियां विच की होएगा। साध संगत कोई हेठां बस्तर नहीं विछाया गया। मां गुजरी दे कोल इको ही गर्म कपड़ा है, पानी दा घड़ा एक कोल रख दिता गया। दोवें लाल कहंदे ने मां जी असीं हुण कित्थे आ? ते मां गुजरी जी कहंदे ने पुत्तर असीं हुण सूबा सरहंद दी कैद विच हां। पुत्तर तुहाडे दादा जी औरंगजेब की कचहरी विच गए सन, अपना सिर नहीं सी झुकाया पर सीस दे दिता सी। सीस दिया पर सिर ना दिया। पुत्र तुहानू सवेरे वजीर खान की कचहरी विच पेश किया जाएगा। पुत्र सिर दे देना पर सिर झुकाउणा नहीं। अमृत वेला होया, घड़े का पानी बर्फ बन चुका सी। मूँह हथ धोता, बच्चों का मूँह धोता, 5 बाणियां का पाठ किया। पेशी हुई। वजीर खान ने पहले दिन बड़ा प्यार किया, बड़े लालच दिते, पर साहबजादे ज्यों दे त्यों सब तो पहला अग तो इत्थों लग गई। जदों दोवें लाला ने जाके भरी हुई कचहरी में जाके आख्या खान जी वाहिगुरु जी का खालसा वाहिगुरु जी की फतेह। साध संगत वजीर खान उत्ते घट पीड़ हुई पर सुचानंद के ढिड पीड़ ज्यादा हुई। बड़े लालच दिते गए, प्यार भी किया गया। वजीरियां मिल गई, ਵੱਡੇ ਹੋਵੋਗੇ, ਰਿਆਸਤਾਂ ਦੇ ਮਾਲਕ ਬਣੋਗੇ, ਬੇਗਮਾਂ ਮਿਲਣਗੀਆਂ, ਪਰ ਦੋਵੇਂ ਲਾਲ ਆਪਣੇ ਧਰਮ ਤੇ ਕਾਇਮ ਰਹੇ। ਵਾਪਸ ਤੋੜ ਦਿੱਤਾ ਗਿਆ। ਅੱਜ ਦੀ ਰਾਤ ਉਹਨੂੰ ਸੋਚਣ ਵਾਸਤੇ ਦਿੱਤੀ ਜਾਂਦੀ। ਅਗਲੇ ਦਿਨ ਸਾਧ ਸੰਗਤ ਜਦੋਂ ਫਿਰ ਦੁਬਾਰਾ ਆਏ ਕਚਹਿਰੀ ਵਿੱਚ, ਅੱਜ ਸ਼ੇਰ ਮੁਹੰਮਦ ਨੂੰ ਬੁਲਾਇਆ ਗਿਆ। ਮਲੇਰ ਕੋਟਲੇ ਤੋਂ ਚੇਚੇ ਤੌਰ ਤੇ ਬੁਲਾਇਆ ਗਿਆ, ਕਿਉਂਕਿ ਮਲੇਰ ਕੋਟਲੇ ਦਾ ਭਰਾ गुरु गोबिंद सिंह महाराज को नार खां मारिया गया सी। मलेर कोटले नवाब भी कचहरी च बैठा है। अज दरोगा दूजे दिन आया, साहबजादियां नूं लैके गया। दरोगा जांदा जांदा कहंदा जांदा है, बच्चिओ जिस तरह मैं जावांगा उस तरह तुसीं मेरे पिछे पिछे जो मैं आखांगा तुसीं उही आखना। उन्हें सोचा बच्चे ने कचहरी के सारे दरवाजे बंद कर दिते गए। एक छोटी जी खिड़की रखी। दरोगा आखन लगा ओ जिहड़ी खिड़की है जिस तरह मैं लंघांगा उस तरह तुसीं लंघना। दरोगे ने सिर लंघाया। साहबजादा जोरावर सिंह आखन लगा फतेह सिंह ये ते सिर लंघाया इन्हें पहला। फतेह सिंह आखन लगा वीर ये इस करके दरवाजे अज वड्डे बंद हैं, छोटी खिड़की इस करके खुली है। गुरु गोबिंद सिंह महाराज का तो सिख नहीं मान फिर उन्होंने दे साहबजादे। फतेह सिंह आखन लगा असी सिर पहला नहीं झुकाउणा अगले बन्ने। इन्होंने कह देना गुरु गोबिंद सिंह के पुत्र सिर झुका गए, पहला अगले पासे पैर करांगे फिर पिछों सिर करांगे। पहला अगले पासे साहबजादियां ने जेड़े जोड़े पाए सन पैर लगाए। छोटी जी खिड़की सी। जदों सीधे खड़े होए भरी हुई कचहरी विच आखन लगे खान जी वाहिगुरु जी का खालसा वाहिगुरु जी की फतेह। सुचानंद नूं अग लग गई, वजीर खान वग लग गई। आखन लगा बच्चों ਇਹਦਾ ਭਾਵ ਇਹ ਹੋਇਆ जो मैं कल ਤੁਹਾਨੂੰ आख्या ਤੁਹਾਡੇ ਤੇ कोई असर नहीं होया। याद रखो जे इस्लाम धर्म तार ना कीता अपना धर्म ना छड्डिया। आ छुरियां देखो एक बहुत वड्डे तख्त पोस्ट ते छुरियां वखरियां वखरी जलादां वाली रखियां सन। याद रखो इन्हां छुरियां ना को के मार दिता जाएगा। कहंदे ने जदों छुरियां दा डरावा दिता मलेर कोटले नवाब उठ के खड़ा हो गया। आखन लगा सूबा खान बहादुर मैं तेन ये पुछदा हाँ
ਜਿਨ੍ਹਾਂ ਨੂੰ ਛੁਰੀਆਂ ਨਾਲ ਕੋਹ ਕੇ ਮਾਰਨ ਦੇ ਡਰਾਵੇ ਦੇ ਰਿਹਾ ਹੈ। ਸੂਬਾ ਖਾਨ ਬਹਾਦਰ, ਮੈਂ ਤੈਨੂੰ ਪੁੱਛਦਾ, ਇਹਨਾਂ ਦਾ ਕਸੂਰ ਕੀ ਹੈ? ਇਹਨਾਂ ਦੀ ਉਮਰ ਦੇਖ, ਇਹਨਾਂ ਦਾ ਸੁਹੱਪਣ ਦੇਖ, ਇਹਨਾਂ ਦੀ ਕੋਮਲਤਾ ਦੇਖ। ਵਜ਼ੀਰ ਖਾਨ ਜ਼ਾਤ ਰੱਖ ਇਸਲਾਮ ਦੀ ਸ਼ਰ੍ਹਾ ਕਦੇ 12 ਸਾਲ ਦੇ ਥੱਲੇ ਦੇ ਬੱਚੇ ਨੂੰ ਮਾਰਨ ਦੀ ਆਗਿਆ ਨਹੀਂ ਦਿੰਦੀ। ਜੇ ਇਹਨਾਂ ਬੱਚਿਆਂ ਨੂੰ ਮਾਰੇਗਾ, ਇਸਲਾਮ ਦੀ ਸ਼ਰ੍ਹਾ ਕਲੰਕਤ ਹੋਵੇਗੀ। ਕਿੰਨਾਂ ਨੂੰ ਛੁਰੀਆਂ ਨਾਲ ਮਾਰਨ ਦੀ ਧਮਕੀ ਦੇ ਡਰਾਵੇ ਦੇ ਰਿਹਾ। ਇਹਨਾਂ ਦੀ ਕੋਮਲਤਾ ਦੇਖ, ਸੁਹੱਪਣ ਦੇਖ। ਤੂੰ ਕਿਉਂ ਅੱਲਾ ਦੇ ਖੌਫ ਕੋਲੋਂ ਨਹੀਂ ਡਰਦਾ? ਵਜ਼ੀਰ ਖਾਨ ਆਖਣ ਲੱਗਾ, ਮਲੇਰਕੋਟਲੇ ਨਵਾਬ, ਮੈਂ ਤੇ ਹੋਸ਼ ਵਿੱਚ ਆ, ਤੂੰ ਹੋਸ਼ ਵਿੱਚ ਆ। ਇਹ ਪਤਾ ਕੌਣ ਨੇ? ਜਿਨ੍ਹਾਂ ਦੇ ਬਾਪ ਨੇ ਤੇਰੇ ਏਡੇ ਵੱਡੇ ਭਰਾ ਜਰਨੈਲ ਨਾਰ ਖਾਨ ਨੂੰ ਧਰਤੀ ਤੇ ਮਾਰ ਕੇ ਛੁੱਟ ਦਿੱਤਾ, ਇਹ ਉਹਦੇ ਪੁੱਤਰ ਹਨ। ਮੈਂ ਤੈਨੂੰ ਇਸ ਕਰਕੇ ਬੁਲਾਇਆ ਹੈ, ਇਹਨਾਂ ਨੂੰ ਮਾਰ ਕੇ ਆਪਣੇ ਭਰਾ ਦਾ ਬਦਲਾ ਲੈ ਲੈ। ਮਲੇਰਕੋਟਲੇ ਨਵਾਬ ਆਖਣ ਲੱਗਾ, ਇਹਨਾਂ ਦੇ ਪਿਤਾ ਨੇ ਮੇਰੇ ਭਰਾ ਦਾ ਕਤਲ ਕੀਤਾ ਹੈ, ਮਾਰਿਆ ਹੈ। ਮੈਂ ਕਹਿੰਦਾ ਵੀ ਅੱਜ ਵੀ ਇਹਨਾਂ ਦਾ ਬਾਪ ਮੇਰੇ ਸਾਹਮਣੇ ਆਵੇ, ਮੈਂ ਸੂਰਮਿਆਂ ਵਾਂਗ ਉਹਦੇ ਨਾਲ ਲੜ ਕੇ ਸ਼ਹੀਦ ਹੋਵਾਂਗਾ, ਚਾਹੇ ਉਹਨੂੰ ਸ਼ਹੀਦ ਕਰਾਂਗਾ। ਪਰ ਮੈਂ ਕਹਿੰਦਾ ਇਹਦੇ ਬੱਚਿਆਂ ਦਾ ਕਸੂਰ ਕੀ ਹੈ? ਸੁੱਚਾ ਨੰਦ ਆਖਣ ਲੱਗਾ, ਵਜ਼ੀਰ ਖਾਨ, ਮਲੇਰਕੋਟਲੇ ਨਵਾਬ ਸਾਹਿਬ, ਦੋਵੇਂ ਨਵਾਬ ਤੁਸੀਂ ਚੁੱਪ ਹੋ ਜਾਓ, ਇਹਦਾ ਫੈਸਲਾ ਬੱਚਿਆਂ ਤੇ ਸੁੱਟ ਦਿੰਨੇ ਆ। ਦੋਵੇਂ ਨਵਾਬ ਚੁੱਪ ਹੋ ਗਏ। ਸੁੱਚਾ ਨੰਦ ਬ੍ਰਾਹਮਣ ਆਖਣ ਲੱਗਾ, ਬੱਚਿਓ, ਮਲੇਰਕੋਟਲੇ ਨਵਾਬ ਸਾਹਿਬ ਤੁਹਾਨੂੰ ਛੱਡਣਾ ਚਾਹੁੰਦੇ ਨੇ, ਤੁਹਾਨੂੰ ਜਾਣ ਦੀ ਖੈਰ ਪਾਉਣਾ ਚਾਹੁੰਦੇ ਨੇ। ਬੱਚਿਓ, ਜੇ ਤੁਹਾਨੂੰ ਛੱਡ ਦਿੱਤਾ ਜਾਵੇ ਫਿਰ ਭਲਾ ਕੀ ਕਰੋਗੇ? ਦੋਵੇਂ ਸਾਹਿਬਜ਼ਾਦੇ ਆਖਣ ਲੱਗੇ, ਜੇ ਸਾਨੂੰ ਛੱਡ ਦਿੱਤਾ ਜਾਵੇ, ਜੰਗਲ ਵਿੱਚ ਜਾਵਾਂਗੇ, ਆਪਣੇ ਵਿਛੜੇ ਹੋਏ ਸਿੰਘਾਂ ਨੂੰ ਇਕੱਠੇ ਕਰਾਂਗੇ, ਸ਼ਸਤਰ ਲੱਭਾਂਗੇ, ਘੋੜੇ ਲਵਾਂਗੇ, ਤੁਹਾਡੇ ਨਾਲ ਜ਼ੁਲਮ ਨਾਲ ਲੜਨ ਵਾਸਤੇ ਫੇਰ ਆਵਾਂਗੇ। ਸੁੱਚਾ ਨੰਦ ਆਖਣ ਲੱਗਾ, ਬੱਚਿਓ, ਜੇ ਫਿਰ ਪਕੜੇ ਜਾਓ ਫੇਰ ਕੀ ਕਰੋਗੇ? ਆਖਣ ਲੱਗੇ, ਪਕੜੇ ਜਾਈਏ ਤੇ ਫੇਰ ਜੇ ਛੱਡ ਦਈਏ ਦੁਬਾਰਾ ਤੇ ਦੁਬਾਰਾ ਛੱਡ ਦਈਏ ਫੇਰ ਕੀ ਕਰੋਗੇ? ਆਖਣ ਲੱਗੇ, ਭਾਵੇਂ ਸਾਨੂੰ 20 ਵਾਰੀ ਪੁੱਛ ਲੈ, ਜਿੰਨੀ ਦੇਰ ਅਸੀਂ ਜ਼ੁਲਮ ਦੀ ਜੜ ਨਹੀਂ ਪੁੱਟ ਦਿੰਦੇ, ਉਨੀ ਚਿਰ ਤੁਹਾਡੇ ਖਿਲਾਫ ਲੜਦੇ ਰਹਾਂਗੇ। ਸੁੱਚਾ ਨੰਦ ਉੱਚੀ ਉੱਚੀ ਹੱਸ ਕੇ ਆਖਣ ਲੱਗਾ, ਮਲੇਰਕੋਟਲੇ ਨਵਾਬ ਸਾਹਿਬ, ਯਾਦ ਰੱਖੋ, ਸੱਪਾਂ ਦੇ ਪੁੱਤ ਸੱਪ ਹੀ ਹੁੰਦੇ ਨੇ। ਸੱਪਾਂ ਨੂੰ ਦੁੱਧ ਪਿਆਉਣ ਦਾ ਕੋਈ ਫਾਇਦਾ ਨਹੀਂ ਹੁੰਦਾ। ਸੂਲਾਂ ਦੇ ਮੂੰਹ ਜੰਮਦੇ ਤਿੱਖੇ ਹੁੰਦੇ ਨੇ। ਹੁਣ ਸੁਣ ਲਿਆ ਨਾ ਜਵਾਬ? ਸੁੱਚਾ ਨੰਦ ਆਖਣ ਲੱਗਾ, ਮੇਰੀ ਰਾਏ ਹੈ, ਇਹੋ ਜਿਹੇ ਹੱਠੀ ਬੱਚਿਆਂ ਨੂੰ ਕੋਹ ਕੇ ਮਾਰ ਦੇਣਾ ਚਾਹੀਦਾ ਹੈ। ਜਦੋਂ ਸੁੱਚਾ ਨੰਦ ਨੇ ਆਖਿਆ ਮੇਰੀ ਰਾਏ ਹੈ, ਇਹਨਾਂ ਨੂੰ ਕੋਹ ਕੇ ਮਾਰ ਦੇਣਾ ਚਾਹੀਦਾ, ਮਲੇਰਕੋਟਲੇ ਨਵਾਬ ਉੱਠਿਆ। ਉਹਨੇ ਮੇਜ਼ ਤੇ ਹੱਥ ਮਾਰ ਕੇ ਆਖਿਆ, ਸੂਬਾ ਖਾਨ ਬਹਾਦਰ, ਸੁੱਚਾ ਨੰਦ ਦੀ ਰਾਏ ਹੈ, ਇਹਨਾਂ ਬੱਚਿਆਂ ਨੂੰ ਮਾਰ ਦੇਣਾ ਚਾਹੀਦਾ ਹੈ, ਪਰ ਮੇਰੀ ਰਾਏ ਹੈ, ਇਹਨਾਂ ਬੱਚਿਆਂ ਨੂੰ ਛੱਡ ਦੇਣਾ ਚਾਹੀਦਾ ਹੈ। ਗਿਆਨੀ ਸੋਹਣ ਸਿੰਘ ਸੀਤਲ ਕਹਿੰਦੇ ਨੇ, ਜਿਹੜੇ ਮਰਦ ਬੰਦੇ ਹੁੰਦੇ ਨੇ ਆਪਣੀ ਜ਼ਮੀਰ ਨੂੰ ਕਦੇ ਦਬਾ ਕੇ ਨਹੀਂ ਜਿਉਂਦੇ। ਜੋ ਉਹਨਾਂ ਦੀ ਜ਼ਮੀਰ ਆਖੇ ਉਹ ਕਹਿ ਦਿੰਦੇ ਹਨ। ਮਲੇਰਕੋਟਲੇ ਨਵਾਬ ਨੂੰ ਪਤਾ ਸੀ ਮੇਰੇ ਆਖੇ ਵਜੀਦਾ ਨਹੀਂ ਇਹਨਾਂ ਨੂੰ ਛੱਡੇਗਾ। ਮੈਨੂੰ ਪਤਾ ਵੀ ਇਹ ਨਹੀਂ ਛੱਡੇਗਾ ਮੇਰੇ ਆਖੇ, ਜਿਸ ਹਥਿਆਰ ਤੇ ਆ ਚੁੱਕਾ ਹੈ, ਜਿਸ ਨੀਵੀਂ ਕਮੀਨਗੀ ਤੇ ਆ ਚੁੱਕਾ। ਪਰ ਮਲੇਰਕੋਟਲੇ ਨਵਾਬ ਮੇਜ਼ ਖੜਕਾ ਕੇ ਆਖਣ ਲੱਗਾ, ਸੁੱਚਾ ਨੰਦ ਦੀ ਰਾਏ ਹੈ, ਇਹਨਾਂ ਨੂੰ ਮਾਰ ਦੇਣਾ ਚਾਹੀਦਾ, ਪਰ ਸੂਬਾ ਖਾਨ ਬਹਾਦਰ, ਮੇਰੀ ਰਾਏ ਹੈ, ਇਹਨਾਂ ਬੱਚਿਆਂ ਨੂੰ ਛੱਡ ਦੇਣਾ ਚਾਹੀਦਾ। ਵਜ਼ੀਰ ਖਾਨ ਨੇ ਕਾਜ਼ੀ ਨੂੰ ਇਸ਼ਾਰਾ ਕੀਤਾ, ਫਤਵਾ ਸੁਣਾਓ। ਜਿਹੜੇ ਬਾਦਸ਼ਾਹ ਹੁੰਦੇ ਨੇ ਚਾਪਲੂਸਾਂ ਦੇ ਭੁੱਖੇ ਹੁੰਦੇ ਨੇ। ਜਿਹੜੇ ਬਾਦਸ਼ਾਹ ਹੁੰਦੇ ਨੇ ਇਹਨਾਂ ਨੂੰ ਸੱਚੀ ਗੱਲ ਕਿੱਥੇ ਚੰਗੀ ਲੱਗਦੀ। ਜਿਹੜਾ ਕਿਸੇ ਵੱਡੇ ਰੁਤਬੇ ਤੇ ਹੋਵੇ, ਇਹਨਾਂ ਨੂੰ ਚਾਪਲੂਸ ਲੋਕ ਚਾਹੀਦੇ ਹਨ। ਸੱਚੀ ਗੱਲ ਕਹਿਣ ਵਾਲਾ ਇਹਨਾਂ ਨੂੰ ਬੁਰਾ ਲੱਗਦਾ ਹੈ। ਬਸ ਮਲੇਰਕੋਟਲੇ ਨਵਾਬ ਬੁਰਾ ਲੱਗਣ ਲੱਗ ਪਿਆ, ਸੁੱਚਾ ਨੰਦ ਚੰਗਾ ਲੱਗਣ ਲੱਗ ਪਿਆ। ਸੁੱਚਾ ਨੰਦ ਦੀ ਰਾਏ ਮੰਨ ਕੇ, ਕਾਜ਼ੀ ਸਾਹਿਬ ਤੁਸੀਂ ਫਤਵਾ ਸੁਣਾਓ ਇਹੋ ਜਿਹੇ ਹੱਠੀ ਬੱਚਿਆਂ ਨੂੰ। ਬਸ ਕਾਜ਼ੀ ਤੇ ਪਹਿਲਾਂ ਤਿਆਰ ਸੀ। ਸਾਧ ਸੰਗਤ, ਮੈਂ ਇੱਕ ਵਿਦਵਾਨ ਦਾ ਬਚਨ ਪੜਿਆ, ਉਹ ਕਹਿੰਦੇ ਨੇ ਉਧਰੋਂ ਵਾਹਿਗੁਰੂ ਗਿਆਨੀ ਗਿਆਨ ਸਿੰਘ ਕਹਿੰਦੇ ਨੇ, ਉਧਰੋਂ ਸਾਧ ਸੰਗਤ, ਉਧਰੋਂ ਹੈ ਜ਼ਰੀਲਾ, ਉਧਰੋਂ ਬਿੱਛੂ ਲੜਿਆ। ਸਾਧ ਸੰਗਤ, ਉਧਰੋਂ ਹੈ ਬਾਂਦਰ, ਉਧਰੋਂ ਬਿੱਛੂ ਲੜ ਗਿਆ। ਬਾਂਦਰ ਤੇ ਉਦਾਂ ਹੀ ਨਹੀਂ ਮਾਣ, ਪਰ ਬਾਂਦਰ ਨੂੰ ਬਿੱਛੂ ਲੜ ਜੇ ਫੇਰ ਖਲੋਂਦਾ। ਉਧਰੋਂ ਹੈ ਬਾਂਦਰ, ਉਧਰੋਂ ਬਿੱਛੂ ਲੜ ਗਿਆ। ਸਾਧ ਸੰਗਤ, ਵਜ਼ੀਰ ਖਾਨ ਨੇ ਕਾਜ਼ੀ ਨੂੰ ਇਸ਼ਾਰਾ ਕੀਤਾ। ਕਾਜ਼ੀ ਤੇ ਪਹਿਲਾਂ ਹੀ ਅੱਗ ਬੁਗਲਾ ਹੋਇਆ ਪਿਆ ਸੀ। ਕਾਜ਼ੀ ਨੇ ਆਖਿਆ, ਇਹੋ ਜਿਹੇ ਹੱਠੀ ਬੱਚਿਆਂ ਨੂੰ ਕੁਰਾਨ ਦੀ ਸ਼ਰ੍ਹਾ ਇਹ ਫਤਵਾ ਦਿੰਦੀ ਹੈ, ਇਹੋ ਜਿਹੇ ਹੱਠੀ ਬੱਚਿਆਂ ਨੂੰ
ਜ਼ਿੱਦ ਖੋਰੇ ਬੱਚਿਆਂ ਨੂੰ ਜਿਉਂਦੇ ਜੀ ਨੀਵਾਂ 'ਚ ਚਿਣ ਕੇ ਮਾਰ ਦੇਣਾ ਚਾਹੀਦਾ ਹੈ। ਜਦੋਂ ਬੇਹੋਸ਼ ਹੋ ਜਾਣ ਇਹਨਾਂ ਦੇ ਸ਼ਾਹ ਰੰਗਾਂ ਦੇ ਛੁਰੀ ਫੇਰ ਕੇ ਇਹਨਾਂ ਨੂੰ ਜ਼ਿਬਾ ਕਰ ਦੇਣਾ ਚਾਹੀਦਾ। ਜਦੋਂ ਫਤਵਾ ਸੁਣਾ ਦਿੱਤਾ ਮਲੇਰਕੋਟ ਦੇ ਨਵਾਬ ਉੱਠ ਕੇ ਮਰਦ ਖੜਾ ਹੋ ਗਿਆ, ਆਖਣ ਲਗਾ ਸੂਬਾ ਖਾਨ ਬਹਾਦਰ, ਮੈਂ ਇਹ ਜ਼ੁਲਮ ਆਪਣੀ ਅੱਖਾਂ ਨਾਲ ਨਹੀਂ ਦੇਖ ਸਕਦਾ। ਯਾਦ ਰੱਖ ਹੁਣ ਬੱਚੇ ਕਤਲ ਹੋਣਗੇ, ਇਸਲਾਮ ਦੀ ਸ਼ਰਅ ਕਲੰਕਤ ਹੋਵੇਗੀ। ਮੈਂ ਇਹ ਜ਼ੁਲਮ ਆਪਣੀ ਅੱਖਾਂ ਨਾਲ ਨਹੀਂ ਦੇਖ ਸਕਦਾ। ਉੱਠ ਕੇ ਕਚਹਿਰੀ ਵਿੱਚੋਂ ਵਾਕਆਊਟ ਕਰ ਗਿਆ, ਕਚਹਿਰੀ ਵਿੱਚੋਂ ਚਲਾ ਗਿਆ, ਭਰਿਆ ਪੀਤਾ ਚਲਾ ਗਿਆ, ਦਰਵਾਜ਼ੇ ਤੱਕ ਪਿੱਛੇ ਮੁੜ ਕੇ ਨਹੀਂ ਦੇਖਿਆ। ਦੋਵੇਂ ਲਾਲਾਂ ਨੂੰ ਆਖਿਆ ਗਿਆ, ਬੱਚਿਓ ਕੱਲ ਤੁਹਾਨੂੰ ਨੀਹਾਂ ਵਿੱਚ ਚਿਣ ਕੇ ਮਾਰ ਦਿੱਤਾ ਜਾਵੇਗਾ। ਦੋ ਲਾਲਾਂ ਨੇ ਜਕਾਰੇ ਬੁਲਾਏ। ਹੁਣ ਜਕਾਰੇ ਬੁਲਾਉਂਦੇ ਬੁਲਾਉਂਦੇ ਠੰਡੇ ਬੁਰਜ ਨੂੰ ਆ ਰਹੇ ਹਨ। ਕਦੇ ਫਤਿਹ ਸਿੰਘ ਬੋਲੇ ਸੋ ਨਿਹਾਲ ਕਹਿੰਦਾ, ਕਦੇ ਜੋਰਾਵਰ ਸਿੰਘ ਸਤਿ ਸ੍ਰੀ ਅਕਾਲ ਕਹਿੰਦਾ। ਮਾਂ ਗੁਜ਼ਰੀ ਜੀ ਖਿੜਕੀ ਤੇ ਦੋਵੇਂ ਬਾਹਾਂ ਧਰ ਕੇ ਉਧਰ ਨੂੰ ਦੇਖ ਰਹੇ ਨੇ, ਜਿਹੜਾ ਰਸਤਾ ਕਚਹਿਰੀ ਤੋਂ ਠੰਡੇ ਬੁਰਜ ਨੂੰ ਆਉਂਦਾ। ਅੱਜ ਵੀ ਉਹ ਰਸਤਾ ਬਣਾਇਆ ਹੋਇਆ, ਪਰ ਦੁੱਖ ਦੀ ਗੱਲ ਹੈ ਪਈ ਉਹ ਠੰਡਾ ਬੁਰਜ ਜਿਹੜਾ ਅਸਲੀ ਸੀ ਉਹ ਨਹੀਂ ਰਿਹਾ। ਉਹ 1987 ਤੱਕ ਦੇ ਕਾਇਮ ਸੀ, ਮਗਰੋਂ ਢਾਹ ਦਿੱਤਾ ਗਿਆ। ਚਲੋ ਖੈਰ, ਬਜ਼ੁਰਗ ਦੱਸਦੇ ਨੇ ਵੀ ਅਸੀਂ ਆਪ ਦੇਖਿਆ ਹੈ। ਮਾਂ ਗੁਜ਼ਰੀ ਜੀ ਵੇਖ ਰਹੇ ਹਨ ਖਿੜਕੀ ਤੇ, ਦੋਵੇਂ ਬਾਹਾਂ ਧਰ ਕੇ ਦਲੀਜ ਤੇ ਦੋਵੇਂ ਸਾਹਿਬਜ਼ਾਦੇ ਆਏ। ਪੌੜੀਆਂ ਤੇ 2-4 ਪੌੜੀਆਂ ਉਤਰ ਕੇ ਦੋ ਲਾਲਾਂ ਨੂੰ ਆਖਿਆ, ਮੇਰੇ ਲਾਲ ਅੱਜ ਜਿੱਤ ਕੇ ਆਏ ਜਾਪਦੇ ਹਨ। ਜਿਵੇਂ ਭਾਈ ਮਰੀਜ਼ ਸਿੰਘ ਕਹਿ ਰਹੇ ਸਨ, ਸ਼ਹੀਦੀ ਇੱਕ ਜਿੱਤ ਦਾ ਨਾਮ ਹੈ। ਦੋ ਲਾਲਾਂ ਨੂੰ ਆਪਣੀ ਗਲਵਕੜੀ 'ਚ ਲਿਆ, ਮੇਰੇ ਲਾਲ ਜਿੱਤ ਕੇ ਆਏ ਜਾਪਦੇ ਹਨ। ਦੋ ਲਾਲਾਂ ਨੂੰ ਪਟਾਲ ਕੇ ਪੁੱਛਿਆ, ਪੁੱਤਰ ਕਿਵੇਂ ਹੋਈ, ਪੁੱਤਰ ਕਿਵੇਂ ਹੋਈ? ਜੋ ਹੋ ਬੀਤੀ ਸੀ ਸਾਰੀ ਦੱਸੀ। ਮਲੇਰਕੋਟਲੇ ਦੇ ਨਵਾਬ ਦੀ ਵੀ ਮਰਦਗਿਰੀ ਦੱਸੀ। ਬਸ ਆਖਰੀ ਰਾਤ ਸਾਧ ਸੰਗਤ 12 ਪੋਹ ਦੀ ਰਾਤ ਸੀ। ਜਦੋਂ ਅੰਮ੍ਰਿਤ ਵੇਲਾ ਹੋਇਆ, ਮਾਂ ਗੁਜ਼ਰੀ ਨੇ ਆਖਿਆ, ਪੁੱਤਰ ਮੇਰਾ ਜੀ ਕਰਦਾ ਮੈਂ ਅੱਜ ਤੁਹਾਨੂੰ 5 ਬਾਣੀਆਂ ਦਾ ਪਾਠ ਨਿਤਨੇਮ ਆਪ ਸੁਣਾਵਾਂ। ਬਾਣੀਆਂ ਦਾ ਪਾਠ ਸੁਣਾਇਆ। ਜਦੋਂ ਸੂਰਜ ਚੜ ਪਿਆ, ਸਾਧ ਸੰਗਤ ਮਾਂ ਗੁਜ਼ਰੀ ਜੀ ਨਿਤਨੇਮ ਤੋਂ ਅਰਦਾਸ ਤੋਂ ਬਾਅਦ ਆਖਣ ਲੱਗੇ, ਪੁੱਤਰ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਦੀ ਹਾਂ। ਦੋਵੇਂ ਲਾਲ ਆਖਣ ਲੱਗੇ, ਮਾਂ ਜੀ ਕੀ ਕਹਿਣਾ ਚਾਹੁੰਦੇ ਹੋ? ਮਾਂ ਜੀ ਆਖਣ ਲੱਗੇ, ਪੁੱਤਰ ਮੇਰਾ ਖਿਆਲ ਹੈ ਕਿ ਜਿਹੜਾ ਅੱਜ ਦਿਨ ਚੜ੍ਹ ਲੱਗਾ ਹੈ, ਇਹ ਦਿਨ ਕੋਈ ਚੰਗਾ ਵਿਖਾਈ ਨਹੀਂ ਦਿੰਦਾ। ਪੁੱਤਰ ਮੇਰਾ ਖਿਆਲ ਹੈ ਵੀ ਅੱਜ ਦੁਸ਼ਮਣ ਨੇ ਤੁਹਾਨੂੰ ਤਸੀਹੇ ਬੜੇ ਦੇਣੇ ਨੇ। ਤੁਹਾਨੂੰ ਦੁਸ਼ਮਣ ਜੇ ਇੰਨੇ ਤਸੀਹੇ ਦਏ, ਇੰਨੇ ਤਸੀਹੇ ਦਏ, ਇੰਨੀ ਗੱਲ ਅਜੇ ਕੀਤੀ ਆ, ਉਧਰੋਂ ਦਰੋਗਾ ਆ ਗਿਆ ਦਗੜ ਦਗੜ ਕਰਦਾ। ਆਖਣ ਲੱਗਾ, ਮਾਂ ਆਪਣੇ ਬੱਚੇ ਮੇਰੇ ਹਵਾਲੇ ਕਰ ਦੇ। ਮਾਂ ਗੁਜ਼ਰੀ ਜੀ ਆਖਣ ਲੱਗੇ, ਵੇ ਦਰੋਗਿਆ ਤੂੰ ਬੱਚਿਆਂ ਨੂੰ ਲੈ ਤੇ ਜਾ, ਪਰ ਮੈਂ ਤੈਨੂੰ ਪੁੱਛਦੀ ਆ ਦਰੋਗਿਆ, ਏਡੇ ਏਡੇ ਬੱਚੇ ਤੁਹਾਡੇ ਵਿਹੜੇ 'ਚ ਨਹੀਂ ਖੇਡਦੇ? ਦਰੋਗਿਆ ਤੁਸੀਂ ਆਪਣੇ ਘਰ ਦੇ ਵਿਹੜੇ ਵਿੱਚ ਖੇਡਦੇ ਹੋਏ ਬੱਚਿਆਂ ਨੂੰ ਚੁੱਕ ਕੇ ਆਪਣੇ ਸੀਨੇ ਨਾਲ ਲਾ ਕੇ ਕਦੇ ਉਹਨਾਂ ਦਾ ਮੱਥਾ ਮੂੰਹ ਨਹੀਂ ਚੁੰਮਿਆ? 2-4 ਬਚਨ ਮਾਂ ਗੁਜ਼ਰੀ ਨੇ ਹੋਰ ਕੀਤੇ। ਦਰੋਗਾ ਰੋ ਪਿਆ। ਦਰੋਗਾ ਰੋ ਕੇ ਆਖਣ ਲੱਗਾ, ਮਾਂ ਤੇਰੇ ਸ਼ਬਦਾਂ ਨੇ ਮੇਰੇ ਕਲੇਜੇ ਨੂੰ ਚੀਰ ਦਿੱਤਾ ਹੈ। ਮਾਂ ਮੈਂ ਤੈਨੂੰ ਸੱਚ ਕਹਿਣਾ, ਮੇਰਾ ਜੀ ਨਹੀਂ ਕਰਦਾ ਮੈਂ ਤੇਰੇ ਲਾਲਾਂ ਨੂੰ ਤੇਰੇ ਕੋਲ ਖੜ ਕੇ ਅੱਜ ਮੌਤ ਦੇ ਮੂੰਹ ਵਿੱਚ ਪਾਵਾਂ, ਪਰ ਮਾਂ ਮੈਂ ਤੈਨੂੰ ਸੱਚ ਆਖਦਾ ਹਾਂ, ਮੇਰਾ ਜੀ ਨਹੀਂ ਕਰਦਾ। ਪਰ ਇਹ ਮੇਰਾ ਪਾਪੀ ਪੇਟ ਪੇਸ਼ ਨਹੀਂ ਜਾਣ ਦਿੰਦਾ। ਇਹ ਜਿਹੜਾ ਪੇਟ ਹੈ ਕਈ ਵਾਰੀ ਬੰਦੇ ਦੀ ਜ਼ਮੀਰ ਮਾਰ ਦਿੰਦਾ ਹੈ। ਮਾਂ ਮੇਰਾ ਪਾਪੀ ਪੇਟ ਪੇਸ਼ ਨਹੀਂ ਜਾਣ ਦਿੰਦਾ। ਮਾਂ ਮੇਰਾ ਜੀ ਕਰਦਾ ਵੀ ਮੈਂ ਲੈ ਕੇ ਨਾ ਜਾਵਾਂ, ਪਰ ਜੇ ਤੂੰ ਬੱਚਿਆਂ ਨਾਲ ਕੋਈ ਗੱਲ ਕਰਨੀ ਚਾਹੁੰਦੀ ਆ ਤੇ ਕਰ ਲੈ, ਅੱਜ ਤੇਰੇ ਬੱਚਿਆਂ ਨੇ ਵਾਪਸ ਨਹੀਂ ਆਉਣਾ। ਸਾਧ ਸੰਗਤ ਦੋਵੇਂ ਲਾਲ ਆਖਣ ਲੱਗੇ, ਮਾਂ ਜੀ ਕੀ ਕਹਿਣ ਲੱਗੇ ਸੋ ਜਦੋਂ ਦਰੋਗਾ ਆਇਆ? ਮਾਂ ਗੁਜਰੀ ਜੀ ਕਹਿਣ ਲੱਗੇ, ਮੇਰੇ ਲਾਲ ਮੈਂ ਇਹ ਕਹਿਣ ਲੱਗੀ ਸਾਂ ਵੀ ਅੱਜ ਦੁਸ਼ਟਾਂ ਨੇ ਤੁਹਾਨੂੰ ਤਸੀਹੇ ਬੜੇ ਦੇਣੇ ਨੇ, ਤੇ ਜੇ ਇੰਨੇ ਤਸੀਹੇ ਦੇਣ, ਇੰਨੇ ਤਸੀਹੇ ਦੇਣ ਤੁਹਾਡੇ ਕੋਲ ਤਸੀਹੇ ਨਾ ਚੱਲੇ ਜਾਣ, ਫਿਰ ਮੇਰੇ ਲਾਲਾਂ ਦੀ ਜਿੰਦ ਕੋਮਲ ਜੀ ਹੋਈ। ਪੁੱਤਰ ਜਦੋਂ ਦੁਸ਼ਟ ਇੰਨੇ ਤਸੀਹੇ ਦੇਣ, ਇੰਨੇ ਤਸੀਹੇ ਦੇਣ ਤੁਹਾਡੇ ਕੋਲ ਨਾ ਚੱਲੇ ਜਾਣ, ਪੁੱਤਰ ਉਸ ਵੇਲੇ ਆਪਣੇ ਦਾਦੇ ਦੇ ਬਚਨਾਂ ਨੂੰ ਯਾਦ ਕਰੇ। ਤੁਹਾਡੇ ਦਾਦੇ ਦੇ ਬਚਨ ਹੀ ਤੁਹਾਡੀ ਸਹਾਇਤਾ ਕਰਨਗੇ। ਮਾਂ ਜੀ ਕੀ ਕਹਿੰਦੇ ਹੁੰਦੇ ਸਨ ਸਾਡੇ ਦਾਦਾ ਜੀ? ਮਾਂ ਗੁਜਰੀ ਜੀ ਕਹਿੰਦੇ ਨੇ, ਪੁੱਤਰ ਤੁਹਾਡੇ ਦਾਦਾ ਜੀ ਕਹਿੰਦੇ ਹੁੰਦੇ ਸਨ, ਸੰਗ ਸਖਾ ਸਭ ਤਜ ਗਏ, ਕਹੂ ਨਾ ਨਿਭਿਓ ਸਾਥ, ਕਹੋ ਨਾਨਕੇ ਵਿਪਤ ਮੈਂ ਟੇਕ ਏਕ ਰਘੁਨਾਥ। ਪੁੱਤਰ ਤੁਹਾਡੇ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹੁੰਦੇ ਸਨ, ਜਦੋਂ ਕੋਈ ਸਾਥੀ ਨਾ ਰਹਿ ਜਾਏ, ਅੱਤ ਦੀ ਵਿਪਤਾ ਆਣ ਪਏ,
उस वेले अत दी विपता विच जे रब नूं याद करिए दुख दुख नहीं जापदा। पुत्र अपने दादे दे बचनां नूं याद करियो, तुहाडे दादे दे बचन ही तुहाडी सहायता करनगे। ज्ञानी संतोख सिंह जी लिखते ने, दोवें लाल कहन लगे मां जी धन चिंता कछ नहीं हमारी। मां जी सानू अपने तन की तो कोई चिंता नहीं, मां जी सानू अपने शरीर की तो कोई चिंता नहीं। मां जी कहते ने जी मेरे लाला नू अपने शरीर की चिंता नहीं, जे मेरे लाला नू अपने जान की चिंता नहीं, फिर मेरे लाला नू होर कादी चिंता है, अपने पिता की चिंता है। दोवें लाल आखन लगे मां जी सानू अपने पिता की भी कोई चिंता नहीं। मां जी आखन लगे फिर अपने भरावां की चिंता है। दोवें लाल आखन लगे मां जी सानू अपने भरावां की भी कोई चिंता नहीं। मां गुजरी जी कहन लगे फिर मेरे लाला नू अपने पिता की चिंता नहीं, अपने भरावां की चिंता नहीं, फिर मेरे लाला नू कादी चिंता भी साडा घर कोई नहीं रहा दुनिया ते। दोवें लाल आखन लगे मां जी सानू घर की भी कोई चिंता नहीं। मां गुजरी जी आखन लगे मेरे लाला नू पिता की चिंता नहीं, भरावां की चिंता नहीं, बेकार होने की चिंता नहीं, फिर मेरे लाला नू मेरे हुंदियां होर कादी चिंता है। दोवें लाल आखन लगे मां जी सानू ये चिंता साडे जान पिछों तेरा की बनेगा, मां साडे जान पिछों तेरे नाल की बीतेगी। तन चिंता कछ नहीं हमारी, पाशा तब चिंता रवारी। मां सानू ये चिंता साडे जान पिछों तेरा की बनेगा, मां तेरे नाले की वर्ताव करनगे। ज्ञानी संतोख सिंह लिखते ने, हिम कै लाल उठे ते सवेरे, फिरे मात के चार चफेरे। इन्नी गल आ के दोवें लाल उठ पे जिवें एक पुजारी अपने देवते की परिक्रमा करता है। मां गुजरी दादी अम्मा की परिक्रमा की, मत्था टेकिया, दोवें लाल आशीर्वाद लैके मां गुजरी जी जदों तोर लगे ते दो पौड़ियां हेठां उतर के जदों दोवें लालां नूं अपने वाल मूँह करके शीने ना लाया ते मां गुजरी नूं दोवें लाल कहंदे ने मां जी कल भी तुसीं कुछ कहा सी तुर लग्गिया, परसों भी कहा सी, मां जी अज तुसीं कुछ भी नहीं कहा सानूं तुर लग्गिया। मां गुजरी जी कहंदे ने पुत्र मैं अज तुहानूं कुछ नहीं कहना, मेरे लालो मैं तुहानूं इक्को गल अज कहनी है कि जदों शहीद होण लगो पुत्र याद रखियो गोबिंद सिंह दे पुत्रां ते गुरु तेग बहादुर साहब दे पोतरे हाँ। पुत्र याद रखियो कचहरी च जाके, पुत्र हुण तुसीं पौड़ियां उतर जाना है। पुत्र कचहरी नूं जांदिआं पिछे मुड़ के नहीं देखना, पुत्र ठंडे बुरज वाल नहीं देखना, पुत्र हुण दादी अम्मा वाल नहीं वेखना। मां जी क्यों? मां जी कहंदे ने पुत्र मेरा भी जी करदा तुसीं परत के मैनूं अपना मुख विखाओ। पर मां जी कहन लगे एडे युद्ध नीति के बादशाह सन गुरु गोबिंद सिंह महाराज के। मां जी कहन लगे पुत्र तुसा मेरे वाल देखना, मेरे प्यार करके मैनू ठंड पाउण वास्ते। पुत्र मैं भी चाहुंदी मेरे वाल तुसी परत के देखो, मैं सोहणे मुख एक बारी होर देखा। पर पुत्र जे तुसी परत के देखिया ते इन्हां दुश्मनां ने जालमां ने कहना भी ये ठंडे बुरज विच वापस जाना चाहुंदे ने। साध संगत मां गुजरी, हे मेरी मां तू ये गल किवें दिल ते दबू रख के आखी होवेगी भी मूँह ना विखायो। हे मां गुजरी तू केड़ा हौसला ते जिगरा रख के आख्या होवेगा भी मेरे वाल परत के ना देखियो। केड़ी अज मां जिहड़ी बच्चे नूं ये गल आखे, पोतरे नूं आखे ये गल भी मेरे वाल परत के ना देखी। बस साध संगत गुरु गोबिंद सिंह महाराज दे लाला नूं ये ना अगू आखे भी बुरज च जाना वापस चाहुंदे ने। साध संगत दोवें लाल गए कचहरी विच। एक बारी होर पुछया गया, साहबजादे आख्या असी अपने धर्म ते कायम है, साडी जान नालों भी सानू अपने गुरु नानक दा धर्म प्यारा है। बस जलाद आए हुए सन साशल बेल ते बाशल बेल, कोई जलाद नहीं सी जुल्म करना चाहुंदा। ये साध संगत समाणे दे रहण वाले सन, किसी कतल विच इन्हां नूं उमर कैद होई सी। इन्हां नूं आख्या गया भी जे तुसीं ये कारा करो तुहाडी कैद माफ कर दित्ती जावेगी। जलाद अपना समान लैके पहुंचे हुए हैं। उधरों सरहंद के सारे लोग कुछ दुख वेखण वास्ते कुछ तमाशबीन बन के आए। साध संगत उधरों सूरज चढ़ पिया, उधरों नीहां उसरनिया। साध संगत फुट फुट नीहां तर के उपर लाला नूं खिलार दिता गया।
ये कोई 2-4 मिनटां चाहे 1 घंटे च वाक़या नहीं हो गया। चूना लाई जाते ने, इट्टां लाई जाते ने, जदों चूना आठर जाता पत्थर बन जाता है, नाड़ा संघड़ जांदियां ने। इस तरह आस्ते 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 कंधां उसरदियां गईयां। साध संगत ज्ञानी चरण सिंह जी सफरी सरहंद विच एक बार असीं 3 दिन रहे उस इलाके विच। अज वो नहीं रहे, पर गुरु गोबिंद सिंह महाराज ने 52 कवि रखे सन। जिहड़ा कवि हुंदा है ये जदों भेज के कोई लिखदा है उस वेले कवि कहते हैं असीं आप नहीं लिखिया। ते साध संगत ज्ञानी चरण सिंह सफरी ने इत्थे कोई 2-4 लाइनां लिखियां, पर समा अगे ज़्यादा हो गया। जे मैं उस पासे गया तो समा ज़्यादा लग जाएगा। कोई गल नहीं, जदों किते फिर हाँ जी। ज्ञानी चरण सिंह जी सफरी कहते हैं बड़े प्यार दे नाल भी लाला नूं दवार पुछदी तुसीं किस अमड़ी दे जाए। साध संगत जिहड़े कवि हुंदे आ ना, ये गलबात करा दिंदे ने आपो विच, जिहड़े मनोभाव हुंदे ने उन्हां नूं प्रगट करा दिंदे ने। लाला नूं दवार पुछदी तुसीं किस अमड़ी दे जाए। फिर सफरी जी कहंदे ने भई दादी मां दा किन्ना हौसला, जिन्हें नीहां विच पुੱਤ चनवाए, पुत्तां नालों प्यारे पुत्तरे, हुंदा मूल तो व्याज प्यारा, नीहां थल्ले आगे लाडले, एक वारी नहीं आख्या हाय। दादी मां जदों गुजरी जी लाला नूं दवार पुछदी तुसीं किस अमड़ी दे जाए। फिर सफरी जी ने वो गा के सुनाया सी। मैनूं वो हुण पूरा तो नहीं याद, पर मैं जिस तरह टुटे फुटे शब्दां विच सिर उत्ते हथ फेर के फतेह सिंह नूं जला दे तां कहंदा, चन्ना तू तां छुप चलिया रद्दा आखरी लगाउणा रहिंदा। चन्ना तू तां छुप चलिया। फतेह सिंह ने अगों जवाब दिता, फतेह सिंह ने अगों जवाब दिता, असीं हस के आए आए मरन आए। लाला नूं दीवार पुछदी तुसीं किस अमड़ी दे जाए। लाला नूं दीवार पुछदी चूल्हा चूल्हा कालजे दा, असीं इट्टां उत्ते खून पाया। माए तेरा दुध पी के अज दिता हिसाब चुकाया। जे किते मिले किते मां सुंदरी, ओनू आखदी पुरे दिए वाए। लाला नूं दीवार पुछदी तुसीं किस अमड़ी दे जाए। लाला नूं दीवार पुछदी। साध संगत दीवार भी वो जुल्म ना सह सकी, दीवार डिग पई। दोवें लाला नूं कसीड़ के जोगी जी कहंदे ने बाहर लिआंदा गया। एक दी छाती ते शाशल बेग बैठ गया, दूसरे दी छाती ते बाशल बेग बैठ गया। दोनों दियां शाह रगां ते छुरी चला दी गई। तड़फ तड़फ जिंद गई उड़ाए, तो शीर खोर तो दे कतलाए। जदों शाह रगां कट्टियां गईयां, दोवें लालां दे धड़ थोड़ा चिर तड़फे और प्राण पंखेरू हो गए, शहादत प्राप्त कर गए। अजे लोग उत्थे जुड़े हुए सन। मोती मेहरा दौड़ के पौड़ी चढ़ के गया। मां गुजरी जी उधर देख रहे हैं खिड़के ते हाथ तर के, की पाना वापर रहा है। मोती मेहरे ने पिछों जाके दादी अम्मा नूं मां गुजरी नूं मोढे तो हिला के आखिया। शीतल जी कहंदे ने मां किन्हां नूं बैठी उड़ीकदी है, तेरे लाल दे लाल दलारे लुक गए। आस रखी ना मिलदी फिर मुड़ के, जन सदा दे लई विछोड़ दिते। देश कौम ते धर्म दी आण बदले हस हस के दोवें शहीद हो गए। मां गुजरी ने पिछे परत के देखिया। मां गुजरी जी कहंदे ने मोती सच कहना शहीद हो गए थे।
ਵੀ ਜੇ ਸ਼ਹੀਦ ਹੋ ਗਏ ਨੇ ਤਾਂ ਸਮਝ ਲਓ ਮੇਰੇ ਲਾਲਾਂ ਦਾ ਧਰਮ ਨਿਭ ਗਿਆ ਹੈ। ਮੋਤੀ ਸੱਚ ਕਹਿੰਦਾ ਉਹ ਸ਼ਹੀਦ ਹੋ ਗਏ ਨੇ, ਪਰ ਇਹ ਦੱਸ ਧਰਮ ਨੂੰ ਤੇ ਵੱਟਾ ਲਾਇਆ ਨਹੀਂ ਨੇ। ਮੋਤੀ ਕਹਿਣ ਲੱਗਾ ਮਾਂ ਵੱਟਾ ਹੱਸ ਹੱਸ ਕੇ ਦੋਵੇਂ ਸ਼ਹੀਦ ਹੋ ਗਏ। ਮਾਂ ਗੁਜਰੀ ਜੀ ਮੱਥੇ ਨੂੰ ਹੱਥ ਲਾ ਕੇ ਕਹਿੰਦੇ ਨੇ ਮੈਨੂੰ ਤਾਂ ਪੁੱਛਣਾ ਨਹੀਂ ਸੀ ਚਾਹੀਦਾ ਵੀ ਧਰਮ ਨੂੰ ਵੱਟਾ ਲਾਇਆ। ਨਹੀਂ ਉਹ ਖੂਨ ਸਨ ਮੇਰੇ ਗੋਬਿੰਦ ਸਿੰਘ ਦਾ। ਆਖਣ ਲੱਗੀ ਮੇਰੇ ਗੋਬਿੰਦ ਸਿੰਘ ਦਾ ਖੂਨ ਸੀ, ਧਰਮ ਨੂੰ ਉਹਨਾਂ ਨੇ ਵੱਟਾ ਕਿਸ ਤਰ੍ਹਾਂ ਲਾਉਣਾ ਸੀ। ਪਰ ਮਮਤਾ ਫੇਰ ਜਾਗ ਪਈ, ਆਖਣ ਲੱਗੀ ਮਾਸੂਮ ਸਨ ਚਿੱਤ ਡਲਾਇਆ ਨਹੀਂ ਨੇ। ਹੈ ਤੇ ਮੇਰੇ ਗੋਬਿੰਦ ਸਿੰਘ ਮਰਦ ਅਗੰਬੜੇ ਦੇ ਪੁੱਤਰ ਸਨ, ਪਰ ਹੈ ਤੇ ਕੋਮਲ ਸੀ ਨਾ, ਕਿਤੇ ਚਿੱਤ ਤੇ ਨਹੀਂ ਡਲਾਇਆ। ਮੋਤੀ ਮੇਰਾ ਆਖਣ ਲੱਗਾ ਮਾਂ ਹੱਸ ਹੱਸ ਕੇ ਦੋਵੇਂ ਸ਼ਹੀਦ ਹੋ ਗਏ। ਮਾਂ ਗੁਜਰੀ ਜੀ ਆਖਣ ਲੱਗੇ ਹੈ ਤੇ ਮੇਰੇ ਲਾਲ ਛੋਟੇ ਸੀ, ਪਰ ਉਹ ਵੀਰ ਸਨ, ਵੀਰਾਂ ਦੇ ਨਾਲ ਰਲ ਗਏ। ਸ਼ੁਕਰ ਸਨ ਆਪਣਾ ਆਪ ਲਾਇਆ ਨਹੀਂ ਨੇ, ਪਰ ਮੈਂ ਹੈਰਾਨ ਆ ਇਕੱਲੇ ਕੋ ਚਲੇ ਗਏ ਨੇ। ਦਾਦੀ ਅੰਮਾ ਨੂੰ ਨਾਲ ਬੁਲਾਇਆ ਨਹੀਂ ਨੇ। ਦੇਸ਼ ਕੌਮ ਤੇ ਹੇਤ ਸਰੀਰ ਤਜਿਆ, ਮਾਨ ਹੰਸ ਮਾਨ ਸਰੋਵਰ ਤੋਂ ਉੱਡ ਚੱਲੇ, ਮਗਰੇ ਹੰਸਾਂ ਦੀ ਛਾਂ ਚੱਲੀ। ਦੇਸ਼ ਕੌਮ ਦੇ ਹੇਤ ਸਰੀਰ ਤਜਿਆ, ਮਗਰੇ ਪੁੱਤ ਦੇ ਪੁੱਤਾਂ ਦੀ ਮਾਂ ਚੱਲੀ। ਮਾਂ ਗੁਜਰੀ ਨੇ ਵੀ ਆਪਣੇ ਸਵਾਸਾਂ ਨੂੰ ਆਗਿਆ ਦੇ ਦਿੱਤੀ। ਸਾਧ ਸੰਗਤ ਉਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਪਰਸੋਂ ਪ੍ਰਸੰਗ ਸੁਣਾਇਆ ਸੀ, ਰਾਏ ਕੱਲੇ ਚੌਧਰੀ ਕੋਲ ਪਹੁੰਚੇ ਨੇ। ਰਾਏ ਕੱਲਾ ਚੌਧਰੀ ਆਖਣ ਲੱਗਾ ਮੈਂ ਹੁਣ ਉੱਠਿਓ ਨਾ 2 ਮਿੰਟ ਮੈਂ ਸਮਾਪਤੀ ਕਰਾਂ। ਰਾਏ ਕੱਲਾ ਚੌਧਰੀ ਆਖਣ ਲੱਗਾ ਮਹਾਰਾਜ ਮੈਂ ਆਪ ਦਾ ਮਿੱਤਰ ਵੀ ਹਾਂ, ਸ਼ਰਧਾਲੂ ਵੀ ਹਾਂ। ਮਹਾਰਾਜ ਮੈਨੂੰ ਦੱਸੋ ਮੈਂ ਇਸ ਦੁੱਖ ਦੀ ਘੜੀ ਤੁਹਾਡੀ ਕੀ ਮਦਦ ਕਰ ਸਕਦਾ। ਹਜ਼ੂਰ ਆਖਣ ਲੱਗੇ ਰਾਏ ਕੱਲਾ ਚੌਧਰੀ ਰਸਤੇ ਵਿੱਚ ਆਉਂਦਾ ਮੇਰੇ ਕੰਨਾਂ ਵਿੱਚ ਕੁਝ ਖਬਰਾਂ ਪਈਆਂ ਨੇ, ਸਰਹੰਦ ਵਿੱਚ ਕੁਝ ਭਾਣਾ ਵਾਪਰਿਆ ਹੈ। ਆਪਣਾ ਕੋਈ ਵਿਸ਼ਵਾਸੀ ਤੇ ਸਿਆਣਾ ਬੰਦਾ ਪਿਆ ਜੀ ਜਿਹੜਾ ਸਰਹੰਦ ਵਿੱਚੋਂ ਸਾਰੀ ਗੱਲ ਦਾ ਪਤਾ ਕਰਕੇ ਆਵੇ। ਪਤਾ ਲੱਗਾ ਵੀ ਮਾਂ ਜੀ ਦੇ ਦੋਵੇਂ ਲਾਲ ਸ਼ਹਾਦਤ ਪ੍ਰਾਪਤ ਕਰ ਗਏ ਨੇ। ਨੂਰਾ ਮਾਈ ਬੜਾ ਸਿਆਣਾ ਸੀ, ਵਫਾਦਾਰ ਸੀ। ਰਾਏ ਕੱਲੇ ਚੌਧਰੀ ਦੀ ਭੂਆ ਵਿਆਹੀ ਸੀ ਸਰਹੰਦ ਵਿੱਚ, ਨੂਰੇ ਮਾਈ ਦੀ ਭੈਣ ਵਿਆਹੀ ਹੋਈ ਸੀ। ਨੂਰੇ ਨੂੰ ਜਦੋਂ ਭੇਜਣ ਲੱਗਾ ਰਾਏ ਕੱਲਾ ਚੌਧਰੀ, ਮਹਾਰਾਜ ਕਹਿੰਦੇ ਨੇ ਨੂਰਿਆ ਪੁੱਤਰ ਇੱਕ ਰਾਤ ਉੱਥੇ ਰਹਿਣਾ, ਕੱਲ ਲੌਡੇ ਵੇਲੇ ਦਾ ਨਾਲ ਅਸੀਂ ਚੌਧਰੀ ਦੇ ਖੂਹ ਤੇ ਬੈਠੇ ਹੋਵਾਂਗੇ। ਚੌਧਰੀ ਆਪਣੇ ਖੂਹ ਦਾ ਇਹਨੂੰ ਵਕਤ ਦੇ ਟਿਕਾਣਾ ਦੱਸ ਦੇ। ਬਸ ਅਗਲੇ ਦਿਨ ਖੂਹ ਦੇ ਖੇਤਾਂ ਦੇ ਇੱਕ ਵੱਟ ਤੇ ਬੈਠੇ ਹੋਣ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ। ਰਾਏ ਕੱਲਾ ਚੌਧਰੀ ਉੱਥੇ ਬੈਠਾ ਹੈ। 4 ਉਹ ਹਨ, ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਮਰਦ ਅਗੰਬੜਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗਾਥਾ ਪ੍ਰੋਫੈਸਰ ਪੂਰਨ ਸਿੰਘ ਲਿਖਦੇ ਨੇ ਵੀ ਅਸੀਂ ਕਈ ਵਾਰੀ ਕਹਿੰਦੇ ਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਸੰਗ ਬਿਆਨ ਕਰਨ ਲੱਗਿਆ ਕਿ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੰਦਰ ਦਿਲ ਪੱਥਰ ਦਾ ਹੋਵੇ, ਕਿਤੇ ਮਾਸ ਦਾ ਟੁਕੜਾ ਨਾ ਹੋਵੇ। ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੁਪਹਿਰ ਵੇਲੇ ਕਹਿੰਦੇ ਨੇ ਦਇਆ ਸਿੰਘ ਉੱਠ ਕੇ ਦੇਖ ਕਿਤੇ ਨੂਰਾ ਮਾਈ ਹੁੰਦਾ ਲੱਭਦਾ ਕਿ ਨਹੀਂ ਲੱਭਦਾ। ਸਾਧ ਸੰਗਤ ਜ਼ਫਰਨਾਮਾ ਪੜ੍ਹ ਕੇ ਦੇਖੋ, ਬਾਰ-ਬਾਰ ਛੋਟੇ ਲਾਲਾਂ ਦਾ ਜ਼ਿਕਰ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਦਇਆ ਸਿੰਘ ਉੱਠ ਕੇ ਦੇਖ ਨੂਰਾ ਮਾਈ ਹੁੰਦਾ ਲੱਭਦਾ ਕਿ ਨਹੀਂ ਲੱਭਦਾ। ਭਾਈ ਦਇਆ ਸਿੰਘ ਕਹਿੰਦਾ ਮਹਾਰਾਜ ਅਜੇ ਨਹੀਂ ਲੱਭਦਾ। ਪਤਾ ਸੀ ਘੋੜੀ ਤੇ ਗਿਆ, ਕਿਸ ਰੰਗ ਦੀ ਘੋੜੀ, ਕਿਹੜੇ ਰੰਗ ਦੀ ਪੋਸ਼ਾਕ ਪਾਈ। ਮਹਾਰਾਜ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ 3 ਵਾਰੀ ਕਿਹਾ ਦਇਆ ਸਿੰਘ ਉੱਠ ਕੇ ਦੇਖ ਨੂਰਾ ਮਾਈ ਕਿਤੇ ਹੁੰਦਾ ਲੱਭਦਾ ਕਿ ਨਹੀਂ ਲੱਭਦਾ। ਛੇਤੀ ਮੈਨੂੰ ਪਤਾ ਲੱਗੇ ਕਿਵੇਂ ਮੇਰੇ ਲਾਲਾ ਨੇ ਹਿੰਮਤ ਤੇ ਦਲੇਰੀ ਨਾਲ ਸ਼ਹਾਦਤ ਪ੍ਰਾਪਤ ਕੀਤੀ। ਮੇਰੀ ਮਾਂ ਗੁਜਰੀ ਤੇ ਕੀ ਬੀਤੀ, ਜੋਰਾਵਰ ਤੇ ਫਤਿਹ ਸਿੰਘ ਦੇ ਕੀ ਬੀਤੀ। ਭਾਈ ਦਇਆ ਸਿੰਘ ਚੌਥੀ ਵਾਰੀ ਆਖਣ ਲੱਗਾ ਮਹਾਰਾਜ ਨੂਰਾ ਆ ਗਿਆ। ਉਧਰ ਸੂਰਜ ਛੁਪਣ ਦੀ ਤਿਆਰੀ ਅਜੇ ਹੋ ਰਹੀ ਹੈ, ਲੌਡਾ ਪੈਰ ਹੈ। ਨੂਰਾ ਆਇਆ, ਉਹਨੇ ਘੋੜੀ ਆਣ ਕੇ ਰੋਕੀ। ਘੋੜੀ ਰੋਕਦਿਆਂ ਸਾਰ ਨੂਰੇ ਦੀਆਂ ਪੁੱਬਾਂ ਨਿਕਲ ਗਈਆਂ। ਨੂਰਾ ਆਪੇ ਤੋਂ ਬਾਹਰ ਹੋ ਗਿਆ। ਨਾ ਕੁਝ ਪੁੱਛਣ ਦੀ ਲੋੜ ਸੀ, ਨਾ ਦੱਸਣ ਦੀ ਲੋੜ ਸੀ। ਜਿਵੇਂ ਨੂਰਾ ਰੋ ਰਿਹਾ ਸੀ, ਜਿਵੇਂ ਸੁਣ ਕੇ ਆਇਆ ਸੀ, ਉਹਦੀ ਛਾਤੀ ਪਾੜ ਗਈ ਸੀ। ਸਾਧ ਸੰਗਤ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਨੂੰ ਆਣ ਕੇ ਸਿਰ ਸੁੱਟ ਕੇ ਲਪਟ ਗਿਆ ਔਰ ਮਹਾਰਾਜ ਜੀ ਦੇ ਚਰਨਾਂ ਤੋਂ ਸਿਰ ਨਹੀਂ ਚੁੱਕਦਾ। ਹੁਣ ਨਾ ਅਜੇ ਕੋਈ ਬੋਲਿਆ, ਨਾ ਕਿਸੇ ਨੇ ਸੁਣਿਆ, ਨਾ ਪੁੱਛਿਆ। ਸਾਧ ਸੰਗਤ ਤਿੰਨੇ ਸਿੰਘ ਜਿਹੜੇ ਨੇ ਅੱਖਾਂ ਵਿੱਚ ਪਿਆਰ ਦੇ ਹੰਝੂ ਲੈ ਕੇ ਵਿਰਾਗ ਦੇ ਸਾਧ ਸੰਗਤ ਮਹਾਰਾਜ ਜੀ ਕਹਿੰਦੇ ਨੇ ਮੈਂ ਨੀਰ ਵਹਿ ਵਹਿ ਚੱਲਿਆ ਜੀਓ। ਅਥਰੂਆਂ 'ਚ ਫਰਕ ਹੁੰਦਾ ਹੈ, ਰੋਣ 'ਚ ਫਰਕ ਹੁੰਦਾ ਹੈ। ਤਿੰਨੇ ਸਿੰਘਾਂ ਦੇ ਅੱਖਾਂ ਵਿੱਚੋਂ ਅਥਰੂ ਡਲਕ ਰਹੇ ਹਨ। ਬਾਰ-ਬਾਰ ਭਾਈ ਦਇਆ ਸਿੰਘ ਐਡੇ ਮਰਦ ਸੂਰਮੇ ਜਿਹਨਾਂ ਸਿਰ ਦਿੱਤੇ, ਪਰ ਜਦੋਂ ਲਾਲਾਂ ਦੀ ਖਬਰ ਅਜੇ ਸੁਣੀ ਵੀ ਨਹੀਂ, ਨੂਰੇ ਮਾਈ ਨੂੰ ਰੋਂਦਾ ਦੇਖ ਕੇ ਤਿੰਨੇ ਸਿੰਘ ਆਪਣੇ ਹੰਝੂ ਪੂੰਝ ਰਹੇ ਹਨ। ਰਾਏ ਕੱਲੇ ਚੌਧਰੀ ਵੀ ਭੁੱਬਾਂ ਮਾਰ ਰਿਹਾ ਸੀ, ਅਜੇ ਸੁਣੀ ਗੱਲ ਕੋਈ ਨਹੀਂ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਇਆ ਸਿੰਘ ਵੱਲ ਵੇਖ ਕੇ ਕਹਿੰਦੇ ਨੇ ਓਏ ਭਾਈ ਦਇਆ ਸਿੰਘ ਯਾਦ ਰੱਖ ਜਿੱਦਣ ਤੁਸੀਂ ਮੈਨੂੰ ਅੰਮ੍ਰਿਤ ਛਕਾਇਆ ਸੀ। ਦਇਆ ਸਿੰਘ ਬਾਕੀ ਤੇ ਚੁੱਪ ਰਹੇ ਸੀ, ਤੂੰ ਮੈਨੂੰ ਕੀ ਕਿਹਾ ਸੀ?
अपनी जबानों दस। भाई दया सिंह आखन लगा महाराज जदों तुसां अमृत मंगिया सी महाराज मैं कह बैठा सां असीं भी एक एक सिर दिता, तुसीं की दिओगे? महाराज कहन लगे फिर मैं की किया सी उदों? महाराज तुसीं क्या सी मैनूं अमृत दी दात बख्शो सारा सरबंस लुटा देंगा। महाराज तुसीं ये गल आखी सी। हजूर आखन लगे फिर तो आप ही ते तू आख्या सी। भाई दया सिंह जेड़ा मैं बचन कीता सी ओही निभाया है, हुण तेरियां अखां विच हंझू क्यों ने? भाई दया सिंह तीर जरा कर, दया सिंह आपे तो बाहर ना हो। गुरु गोबिंद सिंह महाराज ने देखा जो सुन के आया ਇਹਦੀ छाती पाट गई है, ਹੁਣ ਇਹਦੇ ਵੱਸ ਦੀ ਗੱਲ नहीं मैनू दसे जो कुछ सुन के आया। फिर समर्थ गुरु सिर हाथ धरियो। गुरु गोबिंद सिंह महाराज ने सिर हाथ धरिया। महाराज कहते नूरिया पुत्र सिर चुक, दस मेरी बुढ़ड़ी मां नाल की बीती, मेरे फतेह सिंह नाल की बीती, मेरे जोरा वारस नाल की बीती। फिर नूरे माई ने सिर चुक के रो के आख्या पातशाह की दसा तेरे लाला नाल की बीती। रब्बा फुट पवे फुटन जोगियां नूं, जिन्ना पाल विच बनाई दीवार फुट फुट, फुट फुट कंध उत्ते, फुट फुट विथ छड्ड के उत्ते खड़े कीते तेरे होनहार फुट फुट, फुट फुट लहू वगदा फुट फुट जिस्म विचों। पातशाह पहला फतवा ये सुनाया नीहां विच चिण दिता जावे। पातशाह दूजा फतवा ये सुनाया जे किते कोई अंग अड़े गोडा अड़े गोडे नूं चाड़ दिता जावे, कूणी अड़े कूणी चाड़ दिती जावे। नूरा माई रो के आखन लगा पातशाह तेरे लाला दे गिट्टे चाड़ दिते गए, पातशाह तेरे लाला दे गोडे चाड़ दिते गए, पातशाह तेरे लाला दी कुन्नियां चाड़ दित्तियां गईयां, पातशाह तेरे लाला दे मोढे छांग दिते गए। फुट फुट लहू वगदा फुट फुट जिस्म विचों, वेखण हार रोंदे नर नार फुट फुट, फुट गई सारी दी सारी दीवार फुट फुट, पर नहीं फुटे तेरे बरखरदार फुट फुट, नहीं फुटे तेरे बरखरदार फुट फुट। उधर साहिबजादियां दी गाथा दी समाप्ति हो गई। महाराज सच्चे पातशाह अडोल बैठे सन। गुरु गोबिंद सिंह महाराज एक काई दा बूटा तीर नाल खरोच रहे सन। उधरों काई दा बूटा पुटिया गया। हजूर ने वीर रस विच आण के खब्बे हथ दे नाल काई दा बूटा फड़ के जोर दी वगा के मारिया। राय कला चौधरी कम गया। महाराज की पाना वरताया है, महाराज की पाना वरताया। हजूर आखन लगे राय कला चौधरी जुल्म दी जड़ पुट्टी गई हिंदुस्तान विचों। महाराज मैं भी मुसलमान हाँ, महाराज मैं भी आप दा श्रद्धालु हाँ, महाराज मैं आप दा चरण सेवक हाँ। महाराज आखन लगे राय कला चौधरी तू मेरा मित्र है, मैं मुसलमाना की गल नहीं की। महाराज आखन लगे मैं तो जुल्म की गल की है। जिस सरकार विच हदों वध जुल्म वध जाए उस सरकार जिहड़ी सरकार विच शीरखोर बच्चों नूं ना बख्शिया गया होवे, राय कला चौधरी इहो जी सरकार दा ज्यादा समय टिके रहना रब्बी हुक्मां दी उलंघना है। राय कला चौधरी मैं कोई शराप नहीं दिता, ये असलीयत है जो मैं देख रहा हाँ। भाई राय कला चौधरी जिस सरकार विच इन्ने जुल्म वाजन उस सरकार दा ज्यादा समय टिके रहना रब्बी हुक्मां दी उलंघना है। साथ समत गुरु गोबिंद सिंह दा यह सिद्धांत जुग जुगंतरां तक रहिंदी दुनिया तक कायम रहेगा। जिस सरकार विच हथों वध जुल्म वध जाए उस सरकार दा ज्यादा समय टिके रहना रब्बी हुक्मां दी उलंघना है। गुरु गोबिंद सिंह महाराज सच्चे पातशाह फिर अगले बन्ने दीने कांगड़ गए। राय कले चौधरी कोलों फिर विद्या होए। फिर महाराज देसू तरखान के चौबारे में बह के कहते हैं, वो भाई दया सिंह लिया हुण एक कागज, लिया एक कलम ते दवात सरहंद। महाराज आखन लगे दया सिंह वेख मेरे रब की करामात। सरहंद विच फतेहा चमकौर साहब विच महाराज आखन लगे 10 लाख फौज मेरे 40 बहादुर। महाराज आखन लगे चमकौर विच भी साडी जित होई, सरहंद विच भी साडी जित होई। भाई दया सिंह लिया हुण जित की चिट्ठी लिखी औरंगजेब नूं, मैं सरहंद की खबर ही उड़ीक रहा सा मैनूं जित की खबर मिले। महाराज आखन लगे वेख सरहंद विच भी साडी जित हुई है। फिर जफरनामा जित की चिट्ठी लिखी। पुल चुक दी खिमा मैं तुहानूं बेनती करांगा ये जिहड़ा हफ्ता मनाउंदे हो ना तुसीं, मैं कई मुल्कां च हिंदुस्तान विच कोई मैं ये नहीं मैं सामने गल करदा, मैं गुरु गोबिंद सिंह का शुक्र करदा। महाराज सच्चे पातशाह किरपा करें ये दिन ये यादां तेरे लालां दियां असीं मनाउंदे रहीए।
पर मैं कोई जिहा थां नहीं देखा भी जिथे एक लगातार एक हफ्ता लगातार लालां दी याद विच मां गुजरी दे याद विच कोई बैठे साध संगत अद्धा पौना घंटा ये रात नूं घंटा क दीवान हुंदा कीर्तन ते कथा। मेरी बेनती है हर साल हाज़रियां भरिया करो, सोमवार तो लैके पावके वड्डे साहिबजादे तो लैके छोटे साहिबजादे शहीदी तक अगों पिछों वाधा घाटा हो जाए तो कोई गल नहीं, पर इन्हां दिनां ते होम हुमा के परिवारां समेत पहुंचा करो। मेरी हाथ जोड़ के बेनती है सारिआं दा धन्नवाद। धन गुरु गोबिंद सिंह महाराज सच्चे पातशाह दा। हुण फतेह बुलाइए। वाहिगुरू जी का खालसा वाहिगुरू जी की। राम कली महला तीजा आनंद एको ओंकार सतगुर प्रसाद। आनंद पया मेरी